ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 12 ਮਾਹ 'ਚੋਂ ਸਾਵਣ ਵਾਲਾ ਛੰਤ ਜੋ ਹੈ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 133 ਤੇ ਅੰਕਿਤ ਹੈਗਾ ਵੇ। ਇੱਕ ਓਂਕਾਰ ਸਤਿਗੁਰ ਪ੍ਰਸਾਦ, 12 ਮਾਹਾ ਮਾਝ ਮਹਿਲਾ ਪੰਜਵਾਂ, ਘਰ ਚੌਥਾ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਵਿਖਿਆ ਰੰਗ ਕੁੜਾਵਿਆ ਦਿਸਨ ਸੱਭੇ ਛਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਵਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ, ਹਰ ਮਿਲਣੈ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਜਿਨੀ ਸਖੀਏ ਪ੍ਰਭ ਪਾਇਆ, ਹੋਂ ਤਿਨ ਕੈ ਸਦ ਬਲਿਹਾਰ, ਨਾਨਕ ਹਾਜੀ ਮਇਆ ਕਰ, ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਸੋ ਸਿਰਲੇਖ ਵਿੱਚ ਜੋ ਅਸੀਂ ਪੜ੍ਹ ਕੇ ਆਏ ਹਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਹ ਅਸੀਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਮਝਦੇ ਹਾਂ ਕਿ ਜੋ ਏਕਾ ਵੇ, ਉਹ ਯੂਨੀਕਨੈਸ ਆਫ ਦਿਸ ਸਿਸਟਮ, ਜੋ ਵਿਲੱਖਣਤਾ ਵੇ ਕੁਦਰਤ ਦੇ ਸਿਸਟਮ ਦੀ, ਜੋ ਨਿਰਵਿਘਨ ਹੈ, ਜਿਹਨੂੰ ਕੋਈ ਸਮੇਂ ਦਾ ਜਿਹਦੇ 'ਤੇ ਪ੍ਰਭਾਵ ਨਹੀਂ ਹੈ, ਇੱਕ ਸਾਰ ਸਭ ਦੇ ਉੱਪਰ ਸਭ ਜਗ੍ਹਾ 'ਤੇ ਚੱਲਦਾ ਹੈ। ਇਹ ਕੁਦਰਤ ਦੇ ਇਸ ਯੂਨੀਕ ਸਿਸਟਮ ਨੂੰ ਏਕੇ ਨਾਲ ਦਰਸਾਇਆ ਗਿਆ ਹੈ। ਔਰ ਓਂਕਾਰ ਉਹਦੀ ਸਰਵ ਵਿਆਪਕਤਾ ਔਰ ਉਹਦੀ ਨਿਰੰਤਰਤਾ, ਜੋ ਬਿਲਕੁਲ ਲਗਾਤਾਰ ਇਹ ਸਿਸਟਮ ਚੱਲਦਾ ਵੇ, ਉਹਦੇ ਵੱਲ ਇਸ਼ਾਰਾ ਕਰਦਾ ਵੇ। ਸਤਿਗੁਰ ਪ੍ਰਸਾਦ। ਔਰ ਸਭ ਤੋਂ ਜੋ ਇਹਦੇ ਵਿੱਚ ਇੱਕ ਹੋਰ ਜੋ ਯੂਨੀਕਨੈਸ ਹੈ, ਜੋ ਵਿਲੱਖਣਤਾ ਵੇ ਇਸ ਸਿਸਟਮ ਦੀ, ਉਹ ਇਹ ਹੈਗੀ ਹੈ ਕਿ ਹਰ ਕੋਈ ਇਸ ਸਿਸਟਮ ਨੂੰ ਅਡੋਪਟ ਕਰ ਸਕਦਾ ਹੈ। ਪ੍ਰਸਾਦ ਕਿਰਪਾ ਦੇ ਰੂਪ ਵਿੱਚ ਇਹ ਜੋ ਸਤਿਗੁਰ, ਇਹ ਜੋ ਨਿਯਮ ਹੈਗੇ ਨੇ, ਇਹ ਜੋ ਰੱਬੀ ਗੁਣ ਹੈਗੇ ਨੇ, ਇਹ ਸਭ ਵਾਸਤੇ ਅਪਣਾਉਣ ਵਾਸਤੇ ਅਵੇਲੇਬਲ ਨੇ। ਹੁਣ ਅਸੀਂ ਸ਼ਬਦ ਦੀ ਇੱਕ ਇੱਕ ਪੰਕਤੀ ਲੈ ਕੇ ਅਤੇ ਉਹਦੇ 'ਚੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਸਾਵਣ ਅਸੀਂ ਸਮਝਦੇ ਹਾਂ ਕਿ ਇਹ ਬਰਖਾ ਦੀ ਰੁੱਤ, ਬਰਖਾ ਦੇ ਮੌਸਮ ਦੀ ਗੱਲ ਹੋ ਰਹੀ ਹੈ। ਸੋ ਬਰਖਾ ਦੀ ਰੁੱਤ ਵਿੱਚ ਜਾਂ ਬਰਸਾਤ ਵਿੱਚ, ਔਰ ਕਿਉਂਕਿ ਅਸੀਂ ਹਰ ਲਫ਼ਜ਼ ਨੂੰ ਆਪਣੇ ਨਾਲ ਕਨੈਕਟ ਕਰਨਾ ਵੇ ਕਿ ਸਾਡੇ ਵਾਸਤੇ ਕੀ ਮੈਸੇਜ ਹੈ, ਅਤੇ ਇਸ ਲਫ਼ਜ਼ ਦਾ ਜੋ ਮੀਨਿੰਗ, ਜੋ ਭਾਵ ਅਰਥ ਨਿਕਲ ਕੇ ਆਏਗਾ, ਉਹ ਹੋਏਗਾ ਗੁਣਾਂ ਵਿੱਚ ਭਿੱਜਦਾ ਮਨ। ਸਰਸੀ, ਇਹਨੂੰ ਅਗਰ ਅਸੀਂ ਸਹੀ ਮਾਇਨੇ ਸਮਝਣੇ ਹੋਣ ਤਾਂ ਸਾਨੂੰ ਇਹ ਲਫ਼ਜ਼ ਪੜ੍ਹਨਾ ਪਵੇਗਾ ਸਰਸੀ, ਰਸ ਨਾਲ ਭਰਪੂਰ, ਸਵਾਦਲੀ ਬਿਰਤੀ। ਜਦੋਂ ਮੈਂ ਆਪਣੇ 'ਤੇ ਇਹਦੇ ਅਰਥ ਸਮਝਾਂਗਾ। ਕਾਮਣੀ, ਕਾਮਣੀ ਮੋਸਟਲੀ ਇਸਤਰੀ, ਇਹਦਾ ਜੋ ਲਿਟਰਲ ਮੀਨਿੰਗ ਹੈ ਇਸਤਰੀ ਲਿਆ ਜਾਂਦਾ ਹੈ, ਲੇਕਿਨ ਇੱਥੇ ਜਦੋਂ ਅਸੀਂ ਆਪਣੇ ਨਾਲ ਕਨੈਕਟ ਕਰਾਂਗੇ ਤਾਂ ਮੇਰੀ ਜਿੰਦ, ਠੀਕ ਹੈ ਨਾ ਜੀ, ਜੋ ਗੁਣਾਂ ਵਿੱਚ ਭਿੱਜਣ ਲਈ ਇੱਛੁਕ ਹੈ, ਉਹ ਮੇਰਾ ਮਨ, ਉਹਦੀ ਗੱਲ ਹੈ। ਚਰਨ, ਅਸੀਂ ਸਮਝਦੇ ਹਾਂ ਚਰਨ ਸਭ ਪੈਰ, ਅਤੇ ਇੱਥੇ ਅਸੀਂ ਉਹਨਾਂ ਨੂੰ ਇਹ ਵੀ ਸਮਝਾਂਗੇ ਪਦ ਚਿੰਨ੍ਹ ਜਾਂ ਪੂਰਨਿਆਂ 'ਤੇ, ਠੀਕ ਹੈ ਨਾ। ਸਾਡੇ ਵਾਸਤੇ ਜੋ ਪੂਰਨੇ ਵਾਹੇ ਗਏ ਨੇ, ਜੋ ਨਜ਼ਰ ਆ ਰਹੇ ਨੇ, ਵਿਜ਼ੀਬਲ ਨੇ, ਉਹਨਾਂ ਦੀ ਗੱਲ ਹੋ ਰਹੀ ਹੈ। ਕਮਲ, ਕਮਲ ਦਾ ਫੁੱਲ। ਕਮਲ ਦੇ ਫੁੱਲ ਦੀ ਇੱਕ ਯੂਨੀਕਨੈਸ ਹੈ ਕਿ ਵੀ ਉਹ ਲੱਗਦਾ ਹੈ ਕਿ ਵੀ ਕਿਚੜ ਵਿੱਚ ਉੱਗਿਆ ਹੋਇਆ, ਕਿਉਂਕਿ ਮੋਸਟਲੀ ਸਟੈਗਨੈਂਟ ਵਾਟਰ ਜਿੱਥੇ ਰੁਕਿਆ ਪਾਣੀ ਹੁੰਦਾ ਹੈ ਔਰ ਜੋ ਮੈਲਾ ਵੀ ਹੋ ਜਾਂਦਾ ਹੈ, ਉਸ ਜਗ੍ਹਾ 'ਤੇ ਕਮਲ ਦੇ ਫੁੱਲ ਮੋਸਟਲੀ ਦੇਖਣ ਨੂੰ ਮਿਲਦੇ ਨੇ। ਔਰ ਲੇਕਿਨ ਜਿਨ੍ਹਾਂ ਨੇ ਕਮਲ ਦਾ ਫੁੱਲ ਦੇਖਿਆ ਹੋਇਆ ਹੈ,
ਉਹਨੂੰ ਖਿਲਿਆ ਹੋਇਆ ਅਗਰ ਕੋਈ ਦੇਖਦਾ ਤਾਂ ਸੱਚਮੁੱਚ ਮਨ 'ਚੋਂ ਇੱਕ ਬੜੀ ਹੀ ਖੁਸ਼ਗਵਾਰ ਜਿਹੀ ਆਵਾਜ਼ ਨਿਕਲਦੀ ਹੈ ਕਿ ਬਈ ਕਿਆ ਚੀਜ਼ ਹੈ ਨਾ। ਉਹਨੂੰ ਅਸਰ ਹੀ ਨਹੀਂ ਹੈ, ਕੋਈ ਪਤਾ ਹੀ ਨਹੀਂ ਕਿ ਮੈਂ ਕਿਚੜ ਵਿੱਚ ਹੈਗਾ ਜਾਂ ਮੈਂ ਗੰਦੇ ਪਾਣੀ 'ਚ ਹੈਗਾ ਵਾਂ। ਆਪਣੀ ਖੂਬਸੂਰਤੀ ਨੂੰ, ਆਪਣੀ ਖਿਲਾਵਟ ਨੂੰ ਸਭ ਵਾਸਤੇ ਉਹ ਦਿਖਾਉਂਦਾ ਵੇ, ਸਭ ਵਾਸਤੇ ਉਹ ਖੂਬਸੂਰਤੀ ਅਵੇਲੇਬਲ ਹੈ। ਸੋ ਇਹਦੇ 'ਚ ਜਦੋਂ ਮੈਂ ਆਪਣੇ ਪਰਥਾਏ ਸਮਝਾਂਗਾ ਤਾਂ ਉਹ ਹੋ ਜਾਏਗਾ ਕਿ ਮੇਰਾ ਵੀ ਕੋਈ ਬੜਾ ਦਿਲ ਖਿੱਚਵਾਂ ਆਚਰਣ ਜਾਂ ਮੇਰਾ ਸੁਭਾਅ ਸਿਉਂ ਐਸੇ ਸੁਭਾਅ ਦੇ ਨਾਲ ਪਿਆਰ ਲਫ਼ਜ਼ ਵੀ ਅਸੀਂ ਸਮਝਦੇ ਹਾਂ ਕਿ ਇਹਦੇ ਵਿੱਚ ਬਹੁਤ ਸਾਰੇ ਅੱਛੇ ਜਜ਼ਬਾਤਾਂ ਦਾ ਜੋ ਹੈ ਉਹ ਸੰਗ੍ਰਹਿ ਵੇ। ਪਿਆਰ ਵਿੱਚ ਲਗਾਵ ਦਾ ਜਜ਼ਬਾਤ ਹੈ ਔਰ ਇੱਕ ਸੰਬੰਧ ਜੋ ਉਹਦੇ ਵਿੱਚ ਨਿਖੇੜਾ ਜਾਂ ਉਹਦੇ ਵਿੱਚ ਵਿਛੋੜਾ ਆਉਂਦਾ ਹੀ ਨਹੀਂ ਹੈ, ਉਹ ਵਾਲਾ ਜਜ਼ਬਾਤ ਹੈ। ਭਰੋਸੇ ਦਾ ਜਜ਼ਬਾਤ ਹੈ ਔਰ ਨਿੱਘ ਵਾਮਥ ਵੀ ਹੈਗੀ ਹੈ। ਸੋ ਇਹ ਪਿਆਰ ਹੈ। ਹੁਣ ਅਸੀਂ ਇਸ ਪੰਕਤੀ ਦਾ ਅਰਥ ਸਮਝਦੇ ਹਾਂ। ਜਿਵੇਂ ਬਰਸਾਤ ਵਿੱਚ ਪਾਣੀ ਦੀ ਕਣੀਆਂ, ਉਹਦੀਆਂ ਬੂੰਦਾਂ ਧਰਤੀ ਵੱਲ ਗਿਰਦੀਆਂ ਨੇ ਅਤੇ ਮੈਨੂੰ ਲੱਗਦਾ ਕਿ ਬਈ ਸਭ ਜੋ ਬੱਚੇ ਪੜ੍ਹ ਵੀ ਰਹੇ ਨੇ ਔਰ ਜੋ ਅਸੀਂ ਕੋਈ ਵੱਡੇ ਜੋ ਹੈ ਉਹ ਪੜ੍ਹ ਕੇ ਆ ਗਏ ਹਾਂ, ਸਾਨੂੰ ਸਭ ਨੂੰ ਪਤਾ ਹੈ ਕਿ ਜੋ ਪਾਣੀ ਦੀ ਇਹ ਬੂੰਦ ਆਕਾਸ਼ ਤੋਂ ਗਿਰਦੀ ਹੈ, ਇਹ ਆਮ ਪਾਣੀ ਦੀ ਬੂੰਦ ਨਹੀਂ ਹੈ। ਇਟ ਇਜ਼ ਫੁੱਲ ਆਫ ਨਿਊਟਰੀਐਂਟਸ, ਹੈ ਨਾ। ਇਹਦੇ ਜੀ ਬਹੁਤ ਪੌਸ਼ਟਿਕ ਜੋ ਹੈ ਤੱਤਵ ਜਿਹੜੇ ਨੇ ਇਸ ਬੂੰਦ ਵਿੱਚ ਹੁੰਦੇ ਨੇ ਜਾਂ ਇਹਨਾਂ ਬੂੰਦਾਂ ਵਿੱਚ ਹੁੰਦੇ ਨੇ, ਜੋ ਧਰਤੀ ਨੂੰ ਹਰਾ ਭਰਾ ਕਰ ਦਿੰਦੀਆਂ ਨੇ, ਧਰਤੀ ਨੂੰ ਪੌਸ਼ਟਿਕਤਾ ਦਿੰਦੀਆਂ ਨੇ ਆ ਕੇ। ਉਹ ਜਿਹੜੀ ਬਿਲਕੁਲ ਸੁੱਕੀ ਪਈ ਧਰਤੀ ਹੈ ਉਹਨੂੰ ਪੌਸ਼ਟਿਕਤਾ ਨਾਲ ਭਰ ਦਿੰਦੀਆਂ ਨੇ। ਅਤੇ ਉਹਦਾ ਫਾਇਦਾ ਕੀ ਹੈ ਕਿ ਉਹ ਧਰਤੀ ਉਪਜਾਊ ਹੋ ਜਾਂਦੀ ਹੈ। ਐਂ ਲੱਗਦਾ ਮੁੜ ਕੇ ਜਿਵੇਂ ਜੀਵਨ ਮਿਲ ਗਿਆ, ਸੁਰਜੀਵ ਹੋ ਗਈ ਹੈ। ਉਹਦੇ ਵਿੱਚ ਨਵੇਂ ਪੌਦੇ ਜਿਹੜੇ ਨੇ ਉਹ ਅੰਕੁਰਿਤ ਹੋ ਸਕਦੇ ਨੇ। ਜੋ ਪੌਦੇ ਹੈ ਨੇ ਉਹਨਾਂ ਦੀ ਕੋਪਲਾਂ ਨਵੀਆਂ ਖਿਲਦੀਆਂ ਨੇ ਔਰ ਫਿਰ ਜੋ ਐਟਮੋਸਫੀਅਰ ਹੈ, ਆਸ-ਪਾਸ ਮਾਹੌਲ ਹੈ, ਉਹਦੇ ਵਿੱਚ ਭਿੰਨੀ ਖੁਸ਼ਬੂ ਵਾਲੀ ਹਵਾ ਵੀ ਜਿਹੜੀ ਹੈ ਉਹ ਚੱਲਦੀ ਹੈ। ਇਹ ਸਾਰੀ ਜੋ ਨਜ਼ਾਰਾ ਬਣਦਾ ਵੇ, ਹਰਿਆਵਲ ਔਰ ਪੱਤਿਆਂ ਦੀ ਚਮਕ, ਨਵੇਂ ਪੌਦਿਆਂ ਦੀ ਉਤਪਤੀ, ਕੁਦਰਤ ਆਪਣਾ ਇੱਕ ਬਹੁਤ ਹੀ ਖੂਬਸੂਰਤ ਜਲਵਾ ਜੋ ਹੈ ਇਹਦੇ ਵਿੱਚ ਵਿਖੇਰ ਰਹੀ ਹੈ। ਹੁਣ ਦੇਖੋ ਇਹਦਾ ਫਾਇਦਾ ਧਰਤੀ ਨੂੰ ਹੋਇਆ, ਪੌਦਿਆਂ ਨੂੰ ਹੋਇਆ, ਐਟਮੋਸਫੀਅਰ ਮਾਹੌਲ ਨੂੰ ਹੋਇਆ। ਸੋ ਇਹਦੇ 'ਚ ਹੁਣ ਮੈਂ ਕੀ ਮੈਸੇਜ ਲੈਣਾ ਕਿ ਕੀ ਧਰਤੀ 'ਤੇ ਜੋ ਮੇਰੀ ਹੋਂਦ ਹੈ ਉਹਦੇ ਨਾਲ ਇਹੋ ਜਿਹਾ ਮਾਹੌਲ ਕ੍ਰੀਏਟ ਹੋ ਰਿਹਾ ਜਾਂ ਹਾਲੀ ਕੁਝ ਕਮੀ ਹੈ। ਦਿਸ ਇਜ਼ ਦਾ ਪੁਆਇੰਟ ਟੂ ਅੰਡਰਸਟੈਂਡ। ਬਰਸਾਤ, ਸਾਵਣ, ਪੌਦੇ, ਹਰਿਆਵਲ, ਸਾਰਾ ਮਾਹੌਲ, ਲੇਕਿਨ ਇਹ ਸਾਰਾ ਹੁਣ ਜਦੋਂ ਮੈਂ ਆਪਣੇ ਪਰਥਾਏ ਸਮਝਣਾ ਹੈ ਅਤੇ ਯੈਸ ਫਿਰ ਮੇਰੇ ਕਰਕੇ ਕੀ ਇਹ ਮਾਹੌਲ ਜੋ ਹੈ ਮੇਰੇ ਅੰਦਰ ਦਾ ਔਰ ਬਾਹਰ ਦਾ, ਕੀ ਉਹ ਖੁਸ਼ਨੁਮਾ ਹੈ, ਹਰਿਆ ਭਰਿਆ, ਖਿਲਿਆ ਹੋਇਆ, ਤਾਜ਼ਗੀ ਨਾਲ ਭਰਪੂਰ ਲੱਗਦਾ ਵੇ। ਸੋ ਇਸ ਚੀਜ਼ ਨੂੰ ਅਸੀਂ ਆਪਣੇ ਉੱਤੇ ਟੁਕਾ ਕੇ ਜਦੋਂ ਸਮਝਾਂਗੇ ਅਤੇ ਫਿਰ ਸਾਨੂੰ ਇੰਝ ਲੱਗੇਗਾ, ਸਾਨੂੰ ਇੰਝ ਮੈਸੇਜ ਮਿਲੇਗਾ ਕਿ ਪਿਆਰ, ਮਿਲਵਰਤਨ, ਸਦਭਾਵ, ਇਹੋ ਜਿਹੇ ਅਣਗਿਣਤ ਜੋ ਅਸੀਂ ਕਹੀਏ ਕਿ ਬਈ ਬਹੁਤ ਰਸਦਾਰ, ਰਸ ਭਿੰਨੇ ਖਿਆਲ ਜੋ ਨੇ, ਉਹਦੇ ਵਿੱਚ ਮੇਰਾ ਮਨ ਭਿੱਜਿਆ। ਜੇ ਭਿੱਜਿਆ
ਤੇ ਸੁਭਾਅ ਵਿੱਚ ਮੇਰੇ ਜੋ ਬਦਲਾਵ ਹੈ, ਬੜਾ ਸਵਾਦਲਾ ਜਿਹਾ ਬਦਲਾਵ ਜਿਹੜਾ ਹੈ ਉਹ ਆਏਗਾ। ਔਰ ਮੇਰੇ ਅੰਦਰ ਜੋ ਕਮੀ ਹੈ, ਜੋ ਇਸ ਮਾਹੌਲ ਨੂੰ ਖਰਾਬ ਕਰ ਸਕਦੀ ਹੈ, ਉਹਦੀ ਵੀ ਮੈਨੂੰ ਸਮਝ ਆ ਜਾਏਗੀ ਕਿ ਖਰਵੀ ਕੜਵੀ ਇਸ ਬਿਰਤੀ ਦਾ ਯੂਜ਼ ਕਰਨ ਨਾਲ ਦਰਅਸਲ ਆਪਣੇ ਅੰਦਰੋਂ ਹੀ ਕੁਮਲਾ ਜਾਈਦਾ, ਮੁਰਝਾ ਜਾਈਦਾ। ਇਸ ਕਰਕੇ ਸਿਆਣਪ ਔਰ ਵਿਵੇਕ ਦੀ ਵਰਤੋਂ ਇਹ ਕਰਨੀ ਮੇਰੇ ਲਈ ਹਮੇਸ਼ਾ ਫਾਇਦੇਮੰਦ ਹੈ। ਇਹਦੇ ਨਾਲ ਇੱਕ ਹੋਰ ਫਾਇਦਾ ਵੇ ਕਿ ਜੋ ਮੇਰੀ ਅੰਦਰ ਦੀ ਸੋਚ ਹੈ, ਜਿਹਨੂੰ ਅੰਤःਕਰਨ ਕਹਿ ਸਕਦੇ ਹਾਂ, ਉਹਦਾ ਔਰ ਮੇਰੇ ਬਾਹਰ ਦੇ ਆਚਰਣ ਦਾ ਤਾਲਮੇਲ ਜੋ ਹੈ ਉਹ ਵੀ ਬਣ ਜਾਏਗਾ। ਉਹਦੇ 'ਚ ਵਖਰੇਵਾਂ ਨਜ਼ਰ ਨਹੀਂ ਆਏਗਾ ਕਿ ਮਨ ਹੋਰ ਮੁੱਖ ਹੋਰ, ਉਹ ਨਜ਼ਰ ਬਿਲਕੁਲ ਨਹੀਂ ਆਏਗਾ, ਹੈ ਨਾ। ਭਰੋਸੇ ਲਾਇਕ ਕਰੈਕਟਰ ਬਣ ਜਾਏਗਾ। ਚਾਹੇ ਮੈਂ ਕਿਸੇ ਵੀ ਅਹੁਦੇ 'ਤੇ ਹਾਂ, ਕੋਈ ਵੀ ਮੇਰੀ ਪੋਜੀਸ਼ਨ ਹੈ, ਮੈਂ ਭਰੋਸੇ ਲਾਇਕ ਮਨੁੱਖ ਬਣ ਸਕਦਾ ਹਾਂ। ਸੋ ਇਹ ਹੈ ਪਹਿਲੀ ਪੰਕਤੀ। ਮਨ ਤਨ ਰਤਾ ਸੱਚ ਰੰਗ, ਇੱਕੋ ਨਾਮ ਆਧਾਰ। ਹਨ ਇਸ ਪੰਕਤੀ ਰਾਹੀਂ ਗੁਰੂ ਸਾਹਿਬ ਮਨ ਨੂੰ, ਸਾਡੇ ਖਿਆਲਾਂ ਨੂੰ ਮੈਨੂੰ ਲੱਗਦਾ ਕਿ ਵੀ ਇੱਕ ਡਾਇਰੈਕਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਕਿਸ ਦਿਸ਼ਾ ਵਿੱਚ ਤੈਨੂੰ ਅਗਰਸਰ ਰਹਿਣਾ ਚਾਹੀਦਾ। ਲਫ਼ਜ਼ ਹੈ ਮਨ। ਮਨ ਅਸੀਂ ਸਮਝਦੇ ਹਾਂ ਕਿ ਵੀ ਸਾਡੇ ਅੰਦਰ ਜੋ ਖਿਆਲਾਂ ਦਾ ਸੰਗ੍ਰਹਿ ਵੇ ਉਹਨੂੰ ਅਸੀਂ ਮਨ ਕਹਿੰਦੇ ਹਾਂ। ਤਨ ਇੱਕ ਤਾਂ ਹੋ ਗਿਆ ਸਾਡਾ ਸਰੀਰ, ਜਿਹੜਾ ਉਸ ਖਿਆਲਾਂ ਦੇ ਅਸਰ ਹੇਠ ਰਿਸਪੌਂਡ ਕਰਦਾ ਹੈ, ਉਹਨਾਂ ਦੇ ਖਿਆਲਾਂ ਦੇ ਅਸਰ ਵਿੱਚ ਅੱਗੇ ਕੰਮ ਕਰਦਾ ਹੈ। ਸੋ ਅਸੀਂ ਇਹਨੂੰ ਸਮਝਾਂਗੇ ਕਿ ਵੀ ਵਿਚਾਰਾਂ ਤੋਂ ਨਿਰਮਿਤ ਮੇਰਾ ਆਚਰਣ। ਰੱਤਾ ਪੂਰੀ ਲਗਨ ਨਾਲ ਰੱਤਿਆ ਹੋਇਆ, ਮਗਨ। ਸੱਚ ਅਸੀਂ ਸਮਝਦੇ ਹਾਂ ਜੋ ਸਟੇਬਲ, ਆਲਵੇਜ਼ ਸਟੇਬਲ, ਸਦਾ ਥਿਰ ਰਹਿਣ ਵਾਲਾ, ਜਿਹਨੂੰ ਬਦਲਿਆ, ਜਿਹਦੇ ਵਿੱਚ ਕੋਈ ਚੇਂਜ ਕਿਸੇ ਵੀ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ। ਰੰਗ ਵਿੱਚ, ਪ੍ਰੇਮ ਵਿੱਚ, ਉਹਦੇ ਨਾਲ ਸੰਬੰਧ ਵਿੱਚ। ਇੱਕੋ, ਇੱਕ ਹੀ, ਵਿਲੱਖਣ, ਯੂਨੀਕ, ਐਕਸਕਲੂਸਿਵ ਸਿਸਟਮ ਦੀ ਗੱਲ ਹੋ ਰਹੀ ਹੈ। ਇੱਕੋ ਨਾਮ ਜੋ ਸਰਵ ਵਿਆਪੀ, ਰੱਬੀ ਜੋ ਨਿਜ਼ਾਮ ਹੈ, ਜੋ ਰੱਬੀ ਇੰਤਜ਼ਾਮੀਆਂ ਹੈ, ਉਹਦੀ ਗੱਲ ਹੋ ਰਹੀ ਹੈ। ਆਧਾਰ ਅਸੀਂ ਸਮਝਦੇ ਹਾਂ ਬੇਸ, ਸਾਡੀ ਜਿੰਦ ਦਾ ਆਸਰਾ। ਸੋ ਪਾਤਸ਼ਾਹ ਜਦੋਂ ਸਾਨੂੰ ਡਾਇਰੈਕਸ਼ਨ ਦੇਣ ਦੀ ਗੱਲ ਕਰਦੇ ਨੇ ਤੇ ਅਸੀਂ ਜੋ ਸਮਝ ਕੇ ਇਹਦੇ 'ਚੋਂ ਸਮਝਾਂਗੇ ਇਸ ਗੱਲ ਨੂੰ ਕਿ ਹੁਣ ਜੋ ਮੇਰੇ ਅੰਦਰ ਹਰ ਖਿਆਲ ਉੱਠਦਾ ਹੈ ਨਾ, ਉਹਨੂੰ ਇੱਕ ਡਾਇਰੈਕਸ਼ਨ ਮਿਲਦੀ ਹੈ, ਕਿਉਂਕਿ ਆਲਵੇਜ਼ ਅਲਰਟ ਹੈ, ਪੜ੍ਹ ਲਿਖ ਗਿਆ, ਹੁਣ ਸਮਝ ਗਿਆ। ਦੇਖੋ ਅਸੀਂ ਦੁਨੀਆ ਵਿੱਚ ਪੜ੍ਹਾਈ ਲਿਖਾਈ ਜਿਹੜੀ ਕਰਦੇ ਹਾਂ ਉਹ ਕਾਹਦੇ ਲਈ ਕਰਦੇ ਹਾਂ? ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਆਪ ਪੜ੍ਹ ਕੇ ਆਉਂਦੇ ਹਾਂ, ਇਸੇ ਲਈ ਪੜ੍ਹ ਕੇ ਆਉਂਦੇ ਹਾਂ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਜਿਉਂ-ਜਿਉਂ ਜ਼ਿੰਦਗੀ ਵਿੱਚ ਅਸੀਂ ਅੱਗੇ ਵੱਧਦੇ ਹਾਂ ਅਤੇ ਕੋਈ ਵੀ ਕੰਮ ਕਰਨ ਲੱਗਿਆਂ, ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਲੱਗਿਆਂ, ਸਾਨੂੰ ਕੋਈ ਮੁਸ਼ਕਿਲ, ਕੋਈ ਔਕੜ ਨਾ ਆਵੇ। ਜੇ ਮੰਨ ਲਓ ਮੈਂ ਕੋਈ ਕੰਮ ਬਿਜ਼ਨਸ ਕਰਦਾ ਅਤੇ ਮੈਨੂੰ ਪ੍ਰੋਫਿਟ ਲੋਸ ਦੀ ਸਮਝ ਹੋਏ, ਮੈਨੂੰ ਕੋਸਟਿੰਗ ਕਰਨੀ ਆਉਂਦੀ ਹੋਵੇ ਅਤੇ ਫਿਰ ਮੈਂ ਉਹ ਪ੍ਰੋਡਕਟ ਬਣਾਵਾਂ ਔਰ ਵੇਚਾਂ ਅਤੇ ਆਈ ਵਿਲ ਅਰਨ ਮਾਈ ਲਾਈਵਲੀਹੁੱਡ। ਮੈਨੂੰ ਆਪਣਾ ਰੋਜ਼ਮਰਾ ਦੇ ਜੀਵਨ ਦੇ ਖਰਚੇ ਚਲਾਉਣੇ ਆਉਣਗੇ। ਇਸੇ ਤਰੀਕੇ ਨਾਲ ਕੋਈ ਮੈਂ ਜੇ ਕੰਮ ਕਰਦਾ, ਕਿਸੇ ਚੀਜ਼ ਨੂੰ ਰਿਪੇਅਰ ਕਰਦਾ ਅਤੇ ਉਹਦੇ ਵਿੱਚ ਕਿਵੇਂ ਟੂਲਸ ਦਾ ਯੂਜ਼ ਕਰਨਾ ਹੈ ਉਹ ਮੈਨੂੰ ਪਤਾ ਹੋਣਾ ਚਾਹੀਦਾ। ਜੇ ਨਹੀਂ ਇਹ ਤਾਂ ਹੋ ਸਕਦਾ ਕੰਮ ਬਣਨ ਦੇ ਬਜਾਏ
ਵਿਗੜ ਜਾਵੇ। ਸੋ ਇਹ ਡਾਇਰੈਕਸ਼ਨਸ ਨੇ ਜਿਹੜੀਆਂ ਅਸੀਂ ਦੁਨਿਆਵੀ ਸਮਝਦੇ ਹਾਂ। ਸੋ ਇਹਨੂੰ ਜਦੋਂ ਅਸੀਂ ਆਪਣੇ ਮਨ ਨੂੰ ਨਾਮ ਦੀ, ਰੱਬੀ ਨਿਜ਼ਾਮ ਦੀ ਡਾਇਰੈਕਸ਼ਨ ਵਿੱਚ ਰੱਖਦੇ ਹਾਂ, ਉਹਦੇ ਅਨੁਕੂਲ ਚਲਾਉਂਦੇ ਹਾਂ, ਇਸ ਪੰਕਤੀ ਵਿੱਚ ਉਹਦੇ ਵਾਸਤੇ ਗੱਲ ਕੀਤੀ ਗਈ ਹੈ। ਹੁਣ ਆਪਣਾ ਜੋ ਵੀ ਖਿਆਲ ਉੱਠੇਗਾ, ਕਿਉਂਕਿ ਅਸੀਂ ਨਿਜ਼ਾਮ ਨੂੰ ਸਮਝ ਰਹੇ ਹਾਂ, ਉਹ ਹਮੇਸ਼ਾ ਚੇਤਨਤਾ ਦੀ ਇੱਕ ਨਿੱਘੀ ਨਜ਼ਰ ਵਿੱਚ ਹੀ ਉੱਠੇਗਾ। ਕਿਉਂਕਿ ਹੁਣ ਜੋ ਮੇਰੇ ਇਹ ਸੋਧੇ ਹੋਏ ਵਿਚਾਰ ਨੇ, ਜਿਨ੍ਹਾਂ ਨੂੰ ਅਸੀਂ ਇੱਕ ਕਹੀਏ ਕਿ ਵੀ ਡਾਇਰੈਕਸ਼ਨ ਮਿਲੀ ਹੋਈ ਹੈ ਰੱਬੀ ਗੁਣਾਂ ਦੀ, ਉਹਦੇ ਜੋ ਅਧੀਨ ਹੁਣ ਮੇਰਾ ਆਚਰਣ ਜੋ ਨਿਰਮਿਤ ਹੋ ਗਿਆ ਵੇ, ਜੋ ਮੇਰਾ ਤਨ ਬਣ ਗਿਆ ਵੇ, ਉਹ ਸਕਾਰਾਤਮਕ ਜੋ ਹੈ ਵਰਤੋਂ ਵਤੀਰੇ ਉਹਨੂੰ ਯੂਜ਼ ਵਿੱਚ ਲੈ ਕੇ ਆਉਂਦਾ ਵੇ, ਔਰ ਇਹਦੇ ਨਾਲ ਹਮੇਸ਼ਾ ਰਿਜ਼ਲਟ ਜਿਹੜੇ ਨੇ ਉਹ ਹਮੇਸ਼ਾ ਪੋਜ਼ੀਟਿਵ ਹੀ ਆਉਣਗੇ। ਸੁਖੈਨ ਅਵਸਥਾ ਮਾਣਦੇ ਰਵਾਂਗੇ। ਸੋ ਇਸ ਆਨੰਦਮਈ ਅਵਸਥਾ ਨੂੰ ਮਾਣਨ ਲਈ ਜੋ ਇਹ ਹੁਣ ਸੱਚ ਵਿੱਚ ਰੰਗਿਆ ਹੋਇਆ ਮਨ ਹੈ, ਹਰ ਤਰ੍ਹਾਂ ਦੇ ਰਿਸ਼ਤੇ ਔਰ ਜ਼ਿੰਮੇਵਾਰੀਆਂ, ਪ੍ਰੈਕਟੀਕਲ ਲਾਈਫ ਵਿੱਚ ਅਸੀਂ ਇਹ ਸਾਰੇ ਕੰਮ ਕਰਨੇ ਨੇ। ਸੋ ਹਰ ਤਰ੍ਹਾਂ ਦੇ ਰਿਸ਼ਤੇ ਔਰ ਜ਼ਿੰਮੇਵਾਰੀਆਂ ਨਿਭਾਉਂਦਿਆਂ ਦੂਜਿਆਂ ਦੇ ਪ੍ਰਤੀ ਦੇਖੋ, ਇੱਕ ਤਾਂ ਆਪਣਾ ਖਿਆਲ ਰੱਖਿਆ ਕਿ ਮੈਂ ਡਾਇਰੈਕਸ਼ਨ ਚੂਜ਼ ਕੀਤੀ, ਦ ਰਾਈਟ ਡਾਇਰੈਕਸ਼ਨ। ਹੁਣ ਇਸ ਕਰਕੇ ਜਦੋਂ ਮੈਂ ਰਿਸ਼ਤੇ ਔਰ ਜ਼ਿੰਮੇਵਾਰੀਆਂ ਨਿਭਾਉਂਦਾ ਤਾਂ ਮੇਰੇ ਅੰਦਰ ਇੱਕ ਹੋਰ ਐਡੀਸ਼ਨਲ ਫੀਚਰ ਐਡ ਹੋ ਜਾਂਦਾ, ਉਹ ਇਹ ਵੇ ਕਿ ਮੈਂ ਹੋਰਨਾਂ ਦੇ ਪ੍ਰਤੀ ਦਰਦ ਔਰ ਸੰਭਾਲ ਦੀ ਭਾਵਨਾ, ਇਹਨੂੰ ਮੈਂ ਕਦੀ ਜਾਣ ਨਹੀਂ ਦਿੰਦਾ, ਇਹ ਬਣੀ ਰਹਿੰਦੀ ਹੈ। ਸਾਦਗੀ ਔਰ ਇੱਜ਼ਤ, ਇਹ ਦੋ ਹੋਰ ਕਈ ਗੁਣ ਹੋ ਸਕਦੇ ਨੇ। ਅਸੀਂ ਕੁਝ ਜੋ ਸਾਨੂੰ ਸਮਝ ਆ ਰਹੇ ਨੇ, ਅਸੀਂ ਉਹਦੇ ਨਾਲ ਇਨ ਨਟਸ਼ੈਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਦਗੀ ਔਰ ਇੱਜ਼ਤ ਭਰਿਆ ਰਵੱਈਆ ਜਿਹੜਾ ਹੈ ਉਹ ਵੀ ਗਵਾਉਂਦਾ ਨਹੀਂ ਹੈ, ਬਣਾ ਕੇ ਰੱਖਦਾ ਹੈ। ਔਰ ਇਸ ਤਰ੍ਹਾਂ ਦੀ ਜੋ ਰਸਦਾਇਕ ਵਿਚਾਰਧਾਰਾ ਵੇ, ਇਹਦੀ ਜਦੋਂ ਲਗਾਤਾਰ ਵਰਤੋਂ ਕਰਦੇ ਹਾਂ ਅਤੇ ਇਹ ਮਨ ਹੋਰ, ਜਿਹਨੂੰ ਅਸੀਂ ਕਹੀਏ ਕਿ ਬਈ ਇੱਕ ਸੌਫਟ ਕਾਰਨਰ ਕਹਿੰਦੇ ਹਾਂ ਨਾ, ਜਿਹਨੂੰ ਬਹੁਤ ਨਰਮ ਦਿਲ ਜਿਹਨੂੰ ਕਹਿੰਦੇ ਹਾਂ, ਉਹ ਵੀ ਹੋ ਜਾਂਦਾ ਹੈ। ਔਰ ਉਹਦਾ ਫਾਇਦਾ ਇੱਕ ਹੋਰ ਹੈ ਕਿ ਵੀ ਅਸੀਂ ਅੰਦਰੋਂ ਹੋਰ ਜਾਗ੍ਰਿਤੀ ਹੀ ਸਾਨੂੰ ਸਮਝ ਆਉਂਦੀ ਹੈ, ਉਹ ਇਹ ਕਿ ਮੈਂ ਆਪਣਾ ਤੇ ਕੰਮ ਕਰ ਰਿਹਾ, ਆਪਣਾ ਤੇ ਫਾਇਦਾ ਕਰ ਰਿਹਾ, ਲੇਕਿਨ ਕਿਸੇ ਦਾ ਇਹਦੇ ਨਾਲ ਵਿਗਾੜ, ਉਹਦਾ ਕਿਤੇ ਬੁਰਾਈ, ਉਹਦਾ ਖਰਾਬੀ ਤਾਂ ਨਹੀਂ ਹੋ ਰਹੀ। ਇਸ ਪੱਖੋਂ ਸੁਚੇਤ ਰਹਿੰਦਾ ਹੈ। ਆਪਣੀ ਖੁਸ਼ੀ ਹਾਸਲ ਕਰਨ ਦੀ ਖਾਤਰ ਕਿਸੇ ਦੀ ਤਬਾਹੀ ਨਹੀਂ ਮਚਾਉਂਦਾ, ਜਾਂ ਆਪਣੀ ਉન્નਤੀ ਦੇ ਰਸਤੇ ਵਿੱਚ ਕਿਸੇ ਨੂੰ ਜਾਂ ਕਈਆਂ ਨੂੰ ਰੋਲ ਨਹੀਂ ਦਿੰਦਾ। ਇਹ ਇਸ ਪੱਖੋਂ ਵੀ ਜਾਗਰੂਕ ਹੋ ਜਾਂਦਾ ਹੈ। ਇਹ ਸਾਰੀ ਉਸ ਡਾਇਰੈਕਸ਼ਨ ਦਾ ਫਾਇਦੇ ਹੈਗੇ ਨੇ ਜੋ ਗੁਰੂ ਸਾਹਿਬ ਇਸ ਪੰਕਤੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਸ ਤਰ੍ਹਾਂ ਦੀ ਜੋ ਇੱਕ ਬੜੀ ਹੀ, ਜਿਹਨੂੰ ਕਹੀਏ ਕਿ ਵੀ ਵਡਮੁੱਲੀ ਔਰ ਸੰਵੇਦਨਸ਼ੀਲ ਕੰਸਰਨ ਜਿਹੜੀ ਸੋਚਣੀ ਹੈ ਨਾ, ਉਹਦਾ ਧਾਰਨੀ ਹੋਣਾ ਹੀ ਇਹ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਮਨ ਦੀ ਨਿਸ਼ਾਨੀ ਹੈ। ਸੋ ਇਸ ਪੰਕਤੀ ਵਿੱਚ ਇਹ ਮੈਸੇਜ ਸਾਨੂੰ ਸਮਝਾਇਆ ਹੈ। ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਛਾਰ। ਲੱਗਦਾ ਹੈ ਇਸ ਪੰਕਤੀ ਵਿੱਚ, ਹੁਣ ਜਿਵੇਂ ਅਸੀਂ ਪਿਛਲੀ ਪੰਕਤੀ ਵੀ ਸਮਝ ਕੇ ਆਏ ਹਾਂ ਕਿ ਬਈ ਡਾਇਰੈਕਸ਼ਨ, ਸਾਨੂੰ ਦਿਸ਼ਾ ਮਿਲਦੀ ਹੈ ਆਪਣੇ ਵਿਚਾਰਾਂ ਨੂੰ ਮੋਲਡ ਕਰਨ ਵਾਸਤੇ, ਉਹਨਾਂ ਨੂੰ ਸੋਧਣ ਵਾਸਤੇ, ਅਤੇ ਇਹਦੇ ਵਿੱਚ ਦੂਰ ਦ੍ਰਿਸ਼ਟੀ ਬਣਾ ਰਹੇ ਨੇ ਕਿ ਆਉਣ ਤੇਰੇ ਜੋ ਅੱਜ ਤੇਰੇ ਕਰਮ ਨੇ, ਉਸ ਕਰਕੇ ਜੋ ਰਿਜ਼ਲਟ ਆ ਰਹੇ ਨੇ ਉਹਨਾਂ ਦੇ ਪ੍ਰਤੀ ਸਜਗ ਕਰ ਰਹੇ ਨੇ। ਵਿਖਿਆ ਮਤਲਬ ਬਿਕ, ਝੂਠ, ਫਰੇਬ ਜਾਂ ਮਕਾਰੀ, ਰੰਗਿਆ
ਵਰਤਣਾ ਜਾਂ ਵਰਤੋਂ ਕਰਨੀ। ਕੂੜਾ ਵਿਆਹ ਕੂੜੇ ਲੱਗਦੇ ਹਨ, ਫਜ਼ੂਲ ਲੱਗਦੇ ਹਨ, ਨਾਪਸੰਦ ਨੇ। ਦਿਸਣ ਦਿਸਦੇ ਹਨ, ਸਭੇ ਸਾਰੇ ਤਮਾਮ। ਛਾਰ ਕਹਿੰਦੇ ਅਸੀਂ ਸੁਆਹ ਨੂੰ, ਜਾਂ ਅਸੀਂ ਕਹੀਏ ਕਿ ਵੀ ਤੁੱਛ, ਬੇਲੋੜੇ ਜਾਂ ਨਿਕੰਮੀ ਥਾਟ। ਸੋ ਜਿਵੇਂ ਪਿਛਲੇ ਪਦੇ ਵਿੱਚ ਅਸੀਂ ਸੱਚ ਰੰਗ ਦਾ ਭਾਵ ਅਰਥ ਸਮਝ ਕੇ ਆਏ ਹਾਂ ਕਿ ਬਈ ਕਿਵੇਂ ਜਦੋਂ ਅਸੀਂ ਆਪਣੇ ਪ੍ਰਤੀ ਔਰ ਦੂਜੇ ਦੇ ਪ੍ਰਤੀ ਸੰਵੇਦਨਸ਼ੀਲ ਹੋ ਜਾਂਦੇ ਹਾਂ। ਸੋ ਦਿਸ ਇਜ਼ ਪ੍ਰਭੂ ਦਾ ਰੰਗ। ਲੇਕਿਨ ਇਹ ਬੜੀ ਸੁਭਾਵਿਕ ਜੀ ਗੱਲ ਹੈ ਕਿ ਬਈ ਇਨਸਾਨੀ ਜੋ ਸੁਭਾਅ ਹੈ ਨਾ, ਉਹ ਕਈ ਚੀਜ਼ਾਂ ਦੇ ਪ੍ਰਭਾਵ ਹੇਠ ਬਹੁਤ ਜਲਦੀ ਮਾੜੀਆਂ ਬਿਰਤੀਆਂ ਨੂੰ, ਦੁਰਭਾਵਨਾਵਾਂ ਨੂੰ ਕਬੂਲ ਲੈਂਦਾ ਹੈ। ਹੁਣ ਇਹਦਾ ਵੀ ਰੀਜ਼ਨ ਜੋ ਗੁਰੂ ਸਾਹਿਬ ਦੇਣਾ ਚਾਹੁੰਦੇ ਨੇ ਉਹ ਇਹੀ ਹੈ, ਜਿਹੜੀ ਅਸੀਂ ਦੂਰਦ੍ਰਿਸ਼ਟੀ ਦੀ ਗੱਲ ਕੀਤੀ ਹੈ, ਕਿ ਉਹ ਸਮੇਂ ਸਿਰ ਨਾ ਵਿਵੇਕ ਬੁੱਧੀ ਦਾ ਇਸਤੇਮਾਲ ਕਰਨ ਵਿੱਚ ਚੂਕ ਕਰ ਜਾਂਦਾ ਹੈ, ਕਿਉਂਕਿ ਦੂਰਦ੍ਰਿਸ਼ਟੀ ਤੋਂ ਹਾਲੀ ਵਾਕਫ ਨਹੀਂ ਹੈ। ਸੋ ਇਹ ਚੂਕ ਹੋ ਜਾਂਦੀ ਹੈ। ਹੁਣ ਇਸ ਚੂਕ ਦੇ ਕਾਰਨ ਉਹ ਵੀ ਬੜੇ ਬਚਕਾਨੇ ਜਿਹੇ ਨੇ। ਸਮਝ ਭਾਵੇਂ ਸਾਨੂੰ ਬਾਅਦ ਵਿੱਚ ਆਉਂਦੀ ਹੈ, ਜਿਹੜਾ ਕਿ ਜਿਵੇਂ ਅਸੀਂ ਬੜੇ ਆਰਾਮ ਨਾਲ ਕਹਿ ਦਿੰਦੇ ਹਾਂ, ਕਿਹੜਾ ਕਿਸੇ ਨੂੰ ਪਤਾ ਲੱਗਣਾ ਜੋ ਵੀ ਮੈਂ ਮਾੜਾ ਕੀਤਾ ਹੋਵੇ ਕਿਸੇ ਨਾਲ ਜਾਂ ਕਿਸੇ ਕੰਮ ਵਿੱਚ, ਕਿਹੜਾ ਕਿਸੇ ਨੂੰ ਪਤਾ ਚੱਲਣਾ ਹੈ। ਜਾਂ ਜੇ ਪਤਾ ਚੱਲ ਵੀ ਗਿਆ ਤਾਂ ਮੇਰਾ ਰੋਹਬ ਇੰਨਾ ਹੈ, ਮੇਰਾ ਰੁਤਬਾ ਇੰਨਾ ਵੱਡਾ ਹੈ ਕਿ ਕੋਈ ਮੂੰਹ ਹੀ ਨਹੀਂ ਖੋਲ੍ਹ ਸਕਦਾ। ਅਸੀਂ ਸੋਚਦੇ ਹਾਂ ਨਾ ਇੰਝ। ਫਿਰ ਇਸ ਤੋਂ ਇਲਾਵਾ ਇੱਕ ਹੋਰ ਸੋਚ ਕਿ ਜੇ ਮੂੰਹ ਖੋਲ੍ਹ ਵੀ ਲਿਆ ਕਿਸੇ ਨੇ ਤਾਂ ਪਹਿਲਾਂ ਤਾਂ ਜੀ ਉਹਦੀ ਆਪਣੀ ਇੱਜ਼ਤ ਲੈ ਜਾਣੀ ਹੈ, ਉਹਦੀ ਆਪਣੀ ਇੱਜ਼ਤ ਦਾ ਹੀ ਮਲੀਆ ਮੇਟ ਹੋ ਜਾਏਗਾ। ਜਾਂ ਫਿਰ ਦੂਜੇ ਪਾਸੇ ਇਹ ਵੀ ਹੁੰਦਾ ਕਿ ਕਈ ਵਾਰੀ ਅਸੀਂ ਆਪਣੇ ਪੋਜੀਸ਼ਨਿੰਗ, ਆਪਣੇ ਰੁਤਬੇ ਕਰਕੇ ਕਿਸੇ ਮਾਮਲੇ ਨੂੰ, ਕਿਸੇ ਮੁੱਦੇ ਨੂੰ ਸੁਲਝਾਉਣ ਦੀ ਜਾਣਕਾਰੀ ਸਾਡੇ ਕੋਲ ਹੁੰਦੀ ਹੈ, ਸਾਡੀ ਕਾਬਲੀਅਤ ਹੁੰਦੀ ਹੈ, ਲੇਕਿਨ ਪੱਖਪਾਤ ਦੇ ਅਧੀਨ ਜਾਂ ਕਿਸੇ ਸਵਾਰਥ ਦੇ ਅਧੀਨ ਅਸੀਂ ਮੀਸਣੇ ਬਣ ਜਾਂਦੇ ਹਾਂ। ਮੀਸਣੇ ਮਤਲਬ ਚੁੱਪੀ ਧਾਰੀ ਰੱਖਦੇ ਹਾਂ, ਅਨਕਨਸਰਨਡ। ਸੋ ਇਹ ਵਾਲਾ ਐਟੀਟਿਊਡ ਜਿਹੜਾ ਵੇ ਸਾਨੂੰ ਦਰਅਸਲ ਬੁਰਾਈ ਦੇ ਖੱਡ ਵੱਲ ਲੈ ਕੇ ਜਾਂਦਾ ਹੈ। ਇਹੋ ਜਿਹੇ ਬੇਲੋੜੇ ਕਦਮ ਸਾਨੂੰ ਕਦੀ ਵੀ ਪੱਧਰੇ ਰਾਹ 'ਤੇ ਸਮੂਥ ਲਾਈਫ ਸਟਾਈਲ ਵਿੱਚ ਨਹੀਂ ਜੀਣ ਦੇਣਗੇ। ਔਰ ਹਾਲਾਂਕਿ ਸਾਨੂੰ ਦੇਖੋ ਹੁਣ ਦੂਰਦ੍ਰਿਸ਼ਟੀ ਦਾ ਯੂਜ਼ੇਜ ਜਿਹੜਾ ਅਗਰ ਲਗਾਤਾਰ ਅਸੀਂ ਕਰੀਏ ਤਾਂ ਸਾਨੂੰ ਇਹਨਾਂ ਵਰਗੇ ਜਿਹੜੀ ਅਸੀਂ ਜੋ ਵੀ ਇਹ ਜ਼ਹਿਰ ਘੋਲਦੇ ਹਾਂ, ਜ਼ਹਿਰੀਲੇ ਮਨਸੂਬਿਆਂ ਦੀ ਵਿਉਂਤ ਰਚਦੇ ਹਾਂ, ਔਰ ਫਿਰ ਇਹਨੂੰ ਜ਼ਿੰਦਗੀ ਵਿੱਚ ਕਾਮਯਾਬੀ ਦਾ ਤਗਮਾ ਵੀ ਦੇ ਦਿੰਦੇ ਹਾਂ, ਹੈ ਨਾ। ਕਿਉਂਕਿ ਮੰਨ ਲਓ ਮੈਂ ਕਿਸੇ ਦਾ ਹੱਕ ਮਾਰ ਲਿਆ, ਮੈਂ ਕਿਸੇ ਦਾ ਸਮਾਨ ਹਥਿਆ ਲਿਆ, ਇਸ ਤਰ੍ਹਾਂ ਦੇ ਕਈ ਚੀਜ਼ਾਂ, ਔਰ ਇਹਨੂੰ ਅਸੀਂ ਜਿੱਤ ਸਮਝਦੇ ਹਾਂ ਆਪਣੀ, ਕਿ ਮੈਂ ਕਿੰਨਾ ਸਿਆਣਾ ਨਿਕਲਿਆ, ਮੈਂ ਕਿੰਨਾ ਟਾਈਮਲੀ ਐਕਸ਼ਨ ਲੈ ਕੇ ਜੀ ਫਲਾਣੇ ਦਾ ਸਫਾਈ ਕਰ ਦਿੱਤੀ। ਅਤੇ ਇਹ ਵਾਲੀ ਜਿਹੜਾ ਐਟੀਟਿਊਡ ਹੈ ਨਾ, ਇਹਨੂੰ ਅਸੀਂ ਜ਼ਿੰਦਗੀ 'ਚ ਕਾਮਯਾਬੀ ਸਮਝ ਲੈਂਦੇ ਹਾਂ, ਇਹਨੂੰ ਜ਼ਿੰਦਗੀ ਦਾ ਆਪਣਾ ਮੋਟਿਵ ਜਦੋਂ ਬਣਾ ਲੈਂਦੇ ਹਾਂ। ਅਤੇ ਫਿਰ ਇੱਕ ਹੋਰ ਮੁਸ਼ਕਿਲ ਜਿਹੜੀ ਹੈ ਖੜੀ ਹੁੰਦੀ ਹੈ, ਜਿਹੜੀ ਜੇਕਰ ਦੂਰਦ੍ਰਿਸ਼ਟੀ ਹੋਵੇ ਤਾਂ ਅਸੀਂ ਪਹਿਲੇ ਹੀ ਦੇਖ ਲਾਂਗੇ। ਉਹ ਇਹ ਵੇ ਕਿ ਬਈ ਕਿਸੇ ਵੀ ਸਮੇਂ 'ਤੇ ਪਰਦਾ ਤੇ ਫਾਸ਼ ਹੋ ਸਕਦਾ ਹੈ। ਇਹ ਅਸੀਂ ਲਗਾਤਾਰ ਆਪਣੀ ਜ਼ਿੰਦਗੀ ਵਿੱਚ ਵੀ ਦੇਖਦੇ ਹਾਂ। ਜੋ ਸਾਡਾ ਪਾਸਟ ਹੈ ਜਾਂ ਪ੍ਰੈਜੈਂਟ ਹੈ, ਉਹਦੇ ਵਿੱਚ ਸਾਨੂੰ ਇਹ ਬੜੇ ਇਹੋ ਜਿਹੇ ਇੰਸੀਡੈਂਟ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ
ਕਿ ਜਦੋਂ ਪਰਦਾ ਫਾਸ਼ ਹੋ ਜਾਂਦਾ ਤੇ ਵੱਡੇ ਵੱਡੇ ਸਾਮਰਾਜ, ਤਖਤੇ ਤਾਊਸ ਵਰਗੇ, ਉਹ ਵੀ ਜਿਹੜੇ ਨੇ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਜਾਂਦੇ ਨੇ। ਰਾਜ ਸੱਤਾ ਜਿੱਦਾਂ ਬੜਾ ਜ਼ਬਰਦਸਤ ਮਾਣ ਹੰਕਾਰ ਹੁੰਦਾ ਕਿ ਮੈਂ ਕੁਝ ਵੀ ਕਰਦਾ, ਕੋਈ ਕੁਝ ਨਹੀਂ ਕਰ ਸਕਦਾ ਮੇਰਾ, ਹੈ ਨਾ, ਉਹ ਵੀ ਹੱਥੋਂ ਖਿਸਕ ਜਾਂਦੇ ਨੇ। ਔਰ ਫਿਰ ਜਦੋਂ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈ ਤਾਂ ਮੋਸਟਲੀ ਜੋ ਮਾਨਸਿਕ ਸੰਤੁਲਨ ਹੈ ਨਾ, ਜੋ ਮੈਂਟਲ ਸਟੇਬਿਲਿਟੀ ਹੈ, ਦੈਟ ਇਜ਼ ਲੋਸਟ। ਉਹ ਚਕਨਾਚੂਰ ਹੋ ਜਾਂਦੀ ਹੈ। ਸੋ ਇਹੋ ਜਿਹੇ ਜੋ ਦੁਸ਼ਪਰਿਣਾਮ ਹੈਗੇ ਨੇ, ਜਿਹੜਾ ਇਹ ਸਾਰਾ ਕਰਮ ਚੱਲਦਾ ਵੇ, ਉਹਦੇ ਨਾਲ ਮੰਨ ਲਓ ਜੇ ਕਨੈਕਟਡ ਲੋਕ ਵੀ ਨੇ, ਇਹ ਖਾਲੀ ਮੇਰਾ ਨੁਕਸਾਨ ਨਹੀਂ ਹੁੰਦਾ ਕਿ ਮੈਂ ਆਪਣੇ ਰੋਬ ਰੁਤਬਾ, ਆਪਣੀ ਪੋਜੀਸ਼ਨਿੰਗ, ਆਪਣੀ ਕਿੰਗਡਮ, ਉਹਦਾ ਮੈਂ ਮਾਣ ਵਿੱਚ ਚੱਲ ਰਿਹਾ ਵਾਂ। ਬਹੁਤ ਜ਼ਿਆਦਾ ਖਰਾਬੀ ਉਸ ਲੋਕਾਈ ਦੀ ਵੀ ਹੁੰਦੀ ਹੈ ਜੋ ਆਪਣੇ ਕਿਸੇ ਸਵਾਰਥ, ਜਾਂ ਅਸੀਂ ਕਹੀਏ ਕਿ ਵੀ ਅੱਖਾਂ ਬੰਦ ਕਰਕੇ ਨਾਲ ਇਹਦੇ ਵਿੱਚ ਉਹ ਵੀ ਇਹਨੂੰ ਜ਼ਿੰਦਗੀ ਦਾ ਰਾਹ ਸਮਝ ਲੈਂਦੇ ਨੇ ਜਦੋਂ ਪਿੱਛੇ ਲੱਗ ਕੇ, ਅਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਭੁਗਤਣਾ ਪੈਂਦਾ ਹੈ। ਸੋ ਇਹ ਮਾੜੇ ਅਸਰ ਜੇਕਰ ਦੂਰ ਦ੍ਰਿਸ਼ਟੀ ਜਿਵੇਂ ਗੁਰੂ ਸਾਹਿਬ ਬਖਸ਼ ਰਹੇ ਨੇ ਅਗਰ ਹੋਵੇ, ਤਾਂ ਫਿਰ ਅਸੀਂ ਭਾਵੇਂ ਕਿੰਗਡਮ 'ਤੇ ਬੈਠੇ ਹੋਈਏ, ਅਸੀਂ ਭਾਵੇਂ ਕਿਸੇ ਆਫਿਸ 'ਤੇ ਮੈਨੇਜਰ ਦੀ ਪੋਸਟ 'ਤੇ ਬੈਠੇ ਹੋਈਏ, ਜਾਂ ਇੱਕ ਛੋਟਾ ਜਿਹਾ ਚੌਕੀਦਾਰ ਵੀ ਹੋਵੇ, ਆਪਣੀ ਜ਼ਿੰਮੇਵਾਰੀਆਂ ਤੋਂ ਅਸੀਂ ਦੂਰ ਦ੍ਰਿਸ਼ਟੀ ਕਾਰਨ ਮੂੰਹ ਨਹੀਂ ਮੋੜਾਂਗੇ ਕਦੀ ਵੀ। ਸੋ ਇਸ ਪੰਕਤੀ ਰਾਹੀਂ ਗੁਰੂ ਸਾਹਿਬ ਸਾਡੀ ਸੋਚ ਨੂੰ ਸੁਚੇਤ ਕਰ ਰਹੇ ਨੇ, ਇਸ ਪੱਖੋਂ ਦ੍ਰਿੜਤਾ ਬਖਸ਼ ਰਹੇ ਨੇ ਕਿ ਵਤੀਰੇ ਵਿੱਚ ਝੂਠ, ਫਰੇਬ ਜਾਂ ਮਕਾਰੀ ਦੀ ਵਰਤੋਂ ਜੋ ਹੈ ਉਹ ਫਜ਼ੂਲ ਹੈ, ਬੇਲੋੜੀ ਹੈ, ਕਿਉਂਕਿ ਇਹਨਾਂ ਦੇ ਦੂਰਗਾਮੀ ਨਤੀਜੇ ਸਾਰਿਆਂ ਲਈ ਹੀ ਬਹੁਤ ਭਿਆਨਕ ਹੁੰਦੇ ਹਨ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਹਰ ਅਸੀਂ ਸਮਝਦੇ ਹਾਂ ਪ੍ਰਭੂ, ਪਰਮਾਤਮਾ, ਹਰੀ, ਕਈ ਨਾਮ ਹੈਗੇ ਨੇ ਸਾਡੇ ਕੋਲ, ਲੇਕਿਨ ਥੋੜ੍ਹਾ ਜਿਹਾ ਨਾ ਇਹਨੂੰ ਹੋਰ ਇਹਦਾ ਵੇਰਵਾ ਜੋ ਹੈ ਸਮਝਾਂਗੇ, ਕਿਉਂਕਿ ਇਹ ਲਫ਼ਜ਼ ਦਰਅਸਲ ਸਾਨੂੰ ਇੰਝ ਲੱਗਦਾ ਕਿ ਵੀ ਕੋਈ ਅਲੱਗ ਤੋਂ ਹਸਤੀ ਬੈਠੀ ਹੋਈ ਜਦੋਂ ਅਸੀਂ ਸਮਝਦੇ ਹਾਂ ਕਿ ਵੀ ਪਰਮਾਤਮਾ ਕਣ ਕਣ ਵਿੱਚ ਅੰਦਰ ਸਮਾਇਆ ਹੋਇਆ ਹੈ, ਤਾਂ ਫਿਰ ਸਾਨੂੰ ਉਸ ਪ੍ਰਥਾਏ ਸਮਝਣਾ ਪਏਗਾ ਕਿ ਵੀ ਹਰੀ ਦਾ ਇਹ ਹਰ ਦਾ ਮੀਨਿੰਗ ਕੀ ਹੈ। ਸੋ ਇਹ ਹੈਗਾ ਹੈ ਕਿ ਜੋ ਇਹ ਰਚਨਾ ਹੈਗੀ ਹੈ, ਜੋ ਕਾਇਨਾਤ ਸਾਨੂੰ ਦਿਖਾਈ ਦੇ ਰਹੀ ਹੈ, ਇਹਦੇ ਵਿੱਚ ਵਰਤ ਰਹੀ ਜੋ ਨਿਯਮਾਵਲੀ ਹੈ, ਇੱਕ ਵਡਮੁੱਲੀ ਜੋ ਵਿਚਾਰਧਾਰਾ ਵੇ ਜੋ ਸਾਡੇ ਵਾਸਤੇ ਸਾਹਮਣੇ ਦਿਸਦੀ ਹੈ, ਉਹਨੂੰ ਹਰ ਕਿਹਾ ਜਾ ਰਿਹਾ ਹੈ, ਉਹਨੂੰ ਪ੍ਰਭੂ, ਉਹਨੂੰ ਪਰਮਾਤਮਾ ਕਿਹਾ ਜਾ ਰਿਹਾ ਹੈ। ਅੰਮ੍ਰਿਤ ਨਾ ਮਰਨ ਵਾਲੀ, ਸਟੇਬਲ, ਸਦੀਵੀ ਪ੍ਰਫੁੱਲਤਾ ਦੇਣ ਵਾਲੀ, ਮਧੁਰਤਾ ਮਿਠਾਸ ਸਹਿਤ। ਬੂੰਦ ਅਸੀਂ ਕਹਿੰਦੇ ਹਾਂ ਜਿਵੇਂ ਵਰਖਾ ਦੀ ਕਣੀ, ਗੁਣਾਂ ਨਾਲ ਭਰਪੂਰ, ਕਿਉਂਕਿ ਅਸੀਂ ਸ਼ੁਰੂਆਤ ਹੀ ਸਮਝ ਕੇ ਆਏ ਹਾਂ ਕਿ ਇਹ ਵਰਖਾ ਦੀ ਬੂੰਦ ਆਮ ਪਾਣੀ ਦੀ ਬੂੰਦ ਨਹੀਂ ਹੈ ਨਾ, ਇਹਦੇ 'ਚ ਬਹੁਤ ਜ਼ਿਆਦਾ ਪੌਸ਼ਟਿਕਤਾ ਹੈਗੀ ਹੈ, ਬਹੁਤ ਜ਼ਿਆਦਾ ਨਿਊਟਰੀਐਂਟਸ ਹੈਗੇ ਨੇ। ਸੋ ਗੁਣਾਂ ਨਾਲ ਭਰਪੂਰ, ਸੁਹਾਵਣੀ, ਪਿਆਰੀ, ਮਨ ਭਾਵਨ, ਮਿਲ ਕੇ, ਅਪਣਾ ਕੇ, ਸਾਂਝ ਕਰਕੇ, ਸਾਧੂ, ਇਹ ਲਫ਼ਜ਼ ਵੀ ਸਾਡੀ ਥੋੜ੍ਹੀ ਜਿਹੀ ਤਵੱਜੋ ਮੰਗਦਾ ਹੈ। ਸਾਧੂ ਲਫ਼ਜ਼ ਦਰਅਸਲ ਆਇਆ ਹੋਇਆ ਹੈ ਸਦੇ ਹੋਏ, ਇਨ ਟਿਊਨ, ਜਿਹਨੂੰ ਗੁਣਵੰਤੀ ਸੋਚ ਕਹਿ ਸਕਦੇ ਹਾਂ, ਸੱਚ ਨਾਲ ਓਤ ਪ੍ਰੋਤ। ਸਾਧੂ ਮੀਨਸ ਸਦੇ ਹੋਏ। ਸਾਧੂ ਸੋਚਦੇ ਹੀ ਸਾਡੇ ਮਨ 'ਚ ਕਈ ਵਾਰੀ ਆ ਜਾਂਦਾ ਕੋਈ ਪਿਕਚਰ ਕਿ ਜਿਹਨੇ ਢੇਰ ਸਾਰੇ ਮੱਥੇ 'ਤੇ ਚਿੱਟੇ ਜਾਂ ਕੋਈ ਇਸ ਤਰ੍ਹਾਂ ਦੇ ਨਿਸ਼ਾਨ ਲਗਾਏ ਨੇ, ਉਲਝੇ ਹੋਏ ਵਾਲ ਔਰ ਗੇਰੂਏ ਜਾਂ ਚਿੱਟੇ ਇਸ ਤਰ੍ਹਾਂ ਦੇ ਬਸਤਰ ਪਾਏ ਹੋਏ ਨੇ। ਇਹ ਦਰਅਸਲ ਉਹਦੇ ਵੱਲ ਬਿਲਕੁਲ ਕੋਈ ਇਸ਼ਾਰਾ ਨਹੀਂ ਹੈ। ਸਾਧੂ ਲਫ਼ਜ਼ ਸਦੇ ਹੋਏ ਤੋਂ ਆਇਆ ਹੈ। ਸੋ ਇਸ ਕਰਕੇ ਅਸੀਂ ਇਹਨੂੰ
ਜੋ ਇਨ ਟਿਊਨ ਹੈ ਵਿਦ ਦਾ ਇਨਵੈਲਿਊਬਲ ਥਾਟ, ਗੁਣਵੰਤੀ ਸੋਚ ਨਾਲ। ਪੀਵਨਹਾਰ, ਪੀਣ ਜੋਗਾ, ਗ੍ਰਹਿਣ ਕਰਨ ਦਾ ਇੱਛੁਕ, ਅਪਣਾਉਣ ਦਾ ਸ਼ੌਂਕ। ਸੋ ਪਿਛਲੀ ਪੰਕਤੀ ਵਿੱਚ ਅਸੀਂ ਦੂਰ ਦ੍ਰਿਸ਼ਟੀ ਦੀ ਗੱਲ ਕਰਕੇ ਆਏ ਹਾਂ। ਹੁਣ ਇਹਦੇ ਵਿੱਚ ਸੋਚ ਨੂੰ ਐਨਾਲਿਟੀਕਲ ਜੋ ਐਂਗਲ ਹੈ ਗੁਰੂ ਸਾਹਿਬ ਉਹ ਦੇ ਰਹੇ ਨੇ ਕਿ ਇੱਕ ਸੁਚੱਜੀ ਪਾਰਖੂ ਮਤ ਦਾ ਧਾਰਨੀ ਹੋ ਜਾਂਦਾ ਹੁਣੇ ਮਨ। ਸੋ ਉਸ ਕਰਕੇ ਇਹ ਨਕਾਰਾਤਮਕ ਜੋ ਰਵੱਈਏ ਨੇ, ਜੋ ਵਰਤਾਵ ਨੇ, ਉਹਨਾਂ ਨੂੰ ਛੱਡ ਕੇ ਸਟੇਬਿਲਿਟੀ ਵੱਲ, ਸਥਿਰਤਾ ਵੱਲ ਵੱਧਦਾ ਹੈ। ਸਾਡੇ ਦੇਖੋ ਜੋ ਇਨਸਟੇਬਿਲਿਟੀ ਜੋ ਆਉਂਦੀ ਹੈ ਸਾਡੀ ਮਾਈਂਡ ਵਿੱਚ, ਜੋ ਮੈਂਟਲ ਜੋ ਡਿਸਟਰਬੈਂਸ ਅਸੀਂ ਫੇਸ ਕਰਦੇ ਹਾਂ, ਉਸੇ ਕਰਕੇ ਹੁੰਦਾ ਹੈ ਕਿ ਅਸੀਂ ਮੈਨੀਪੂਲੇਟਿਵ ਹੋ ਜਾਂਦੇ ਹਾਂ। ਉਹਦੇ 'ਚ ਸਾਨੂੰ ਡਰ ਵੀ ਲੱਗ ਰਿਹਾ ਹੁੰਦਾ ਹੈ ਕਿ ਕਿਤੇ ਪਤਾ ਨਾ ਚੱਲ ਜਾਏ, ਹੈ ਨਾ, ਜਾਂ ਮੇਰੀ ਮੈਨੀਪੂਲੇਸ਼ਨ ਐਕਸਪੋਜ਼ ਹੋ ਗਈ। ਅਤੇ ਇਸ ਕਰਕੇ ਸਥਿਰਤਾ ਨੂੰ ਹਾਸਲ ਕਰਨ ਵਾਸਤੇ ਸਾਨੂੰ ਆਪਣੀ ਸੋਚ ਨੂੰ ਪਾਰਖੂ, ਐਨਾਲਿਟੀਕਲ ਬਣਾ ਕੇ ਚੱਲਣਾ ਪਏਗਾ। ਸੋ ਇਸ ਜੋ ਕਾਇਨਾਤ ਵਿੱਚ ਜੋ ਹਰੀ ਦੀ ਇਹ ਸੁੰਦਰ ਰਚਨਾ ਹੈਗੀ ਹੈ ਪਰਮਾਤਮਾ ਦੀ, ਉਹਦੇ ਵਿੱਚੋਂ ਹਮੇਸ਼ਾ ਪ੍ਰਫੁੱਲਤਾ ਦੇਣ ਵਾਲੀ ਸਿਰਫ ਦੇਖੋ ਇਹ ਸੋਚ ਜਿਹੜੀ ਹੈ ਨਾ, ਜਿਹਨੂੰ ਅਸੀਂ ਰੱਬੀ ਗੁਣ ਕਹਿੰਦੇ ਹਾਂ ਜਾਂ ਹਰੀ ਕਹਿੰਦੇ ਹਾਂ ਜਾਂ ਪਰਮਾਤਮਾ ਕਹਿੰਦੇ ਹਾਂ, ਉਹ ਹੀ ਪ੍ਰਫੁੱਲਤਾ ਦੇ ਸਕਦੀ ਹੈ। ਐਸੀ ਪ੍ਰਫੁੱਲਤਾ ਦੇਣ ਵਾਲੀ ਮਨ ਭਾਵਨ ਜੋ ਬਾਣੀ ਲਗਾਤਾਰ ਸਾਡੇ ਆਸ-ਪਾਸ ਚੱਲ ਰਹੀ ਹੈ, ਜਿਹਨੂੰ ਅਸੀਂ ਨਿਯਮਾਵਲੀ ਵੀ ਕਹਿ ਸਕਦੇ ਹਾਂ, ਇਸ ਨੂੰ ਨਾ ਇਹ ਮਨ ਆਪਣੀ ਇਹਨਾਂ ਅੱਖਾਂ ਨਾਲ, ਆਪਣੇ ਕੰਨਾਂ ਨਾਲ, ਆਪਣੇ ਨਾਸਿਕਾ ਨਾਲ, ਆਪਣੇ ਸਪਰਸ਼ ਨਾਲ ਬਹੁਤ ਧਿਆਨ ਨਾਲ ਸੁਣਦਾ, ਪੜ੍ਹਦਾ ਹੈ, ਵਾਚਦਾ ਹੈ, ਔਰ ਫਿਰ ਬੜੇ ਹੀ ਪਿਆਰ ਸਤਿਕਾਰ ਸਹਿਤ ਐਸੀ ਨਵੇਕਲੀ ਸਦੀ ਹੋਈ ਗੁਣਕਾਰੀ ਵਿਚਾਰਧਾਰਾ ਜੋ ਹੈ ਉਹਨੂੰ ਸੋਚ ਵਿੱਚ ਪ੍ਰਧਾਨਤਾ ਦਿੰਦਾ ਹੈ, ਉਹਨੂੰ ਅਹਿਮੀਅਤ ਦਿੰਦਾ ਹੈ, ਕਿਉਂਕਿ ਹੀ ਨੋਜ਼ ਕਿ ਵੀ ਓਨਲੀ ਦਿਸ ਇਜ਼ ਦਾ ਵੇ ਟੂ ਹੈਵ ਏ ਲਾਈਵਲੀ ਲਾਈਫ। ਸੋ ਆਪਣੇ ਸੋਚ ਵਿੱਚ ਇਸ ਵਿਚਾਰਧਾਰਾ ਨੂੰ ਪ੍ਰਧਾਨਤਾ ਦਿੰਦਾ ਹੈ ਔਰ ਆਚਰਣ ਵਿੱਚ ਇਹ ਉਹਦੇ ਪਰਮਾਨੈਂਟ ਫੀਚਰ ਬਣ ਜਾਂਦਾ ਹੈ, ਟਿਕ ਜਾਂਦਾ ਹੈ। ਹੁਣ ਕਿਉਂਕਿ ਸਿਆਣਪ ਔਰ ਸਮਝਦਾਰੀ ਦੀ ਸੋਚ ਨਾਲ ਇਨਟਿਊਨ ਹੈ, ਸੋ ਇਹਦਾ ਦਾਇਰਾ ਜੋ ਸਿਆਣਪ ਦਾ ਵੱਧਦਾ ਹੈ, ਉਹਦੇ ਕਾਰਨ ਬਹੁਤ ਚੀਜ਼ਾਂ ਜੋ ਹੁਣ ਤੱਕ ਨਹੀਂ ਸਮਝ ਆ ਰਹੀਆਂ ਸਨ, ਜੋ ਅੱਖਾਂ ਤੋਂ ਓਹਲੇ ਸਨ, ਹੁਣ ਉਹ ਸਪਸ਼ਟ ਸਾਹਮਣੇ ਕ੍ਰਿਸਟਲ ਕਲੀਅਰ ਜਿਹਨੂੰ ਕਹਿੰਦੇ ਹਾਂ ਅਸੀਂ, ਉਸ ਤਰ੍ਹਾਂ ਸਮਝ ਆ ਰਹੀਆਂ ਨੇ ਕਿ ਰੋਜ਼ਮਰਾ ਦਾ ਵੀ ਜਿਹੜਾ ਮੇਰਾ ਜੀਵਨ ਹੈ, ਕਿਸੇ ਵੀ ਪੋਜੀਸ਼ਨ ਵਿੱਚ, ਜੇ ਮੈਂ ਫਾਦਰ ਹਾਂ, ਜੇ ਮੈਂ ਮਦਰ ਹਾਂ, ਜੇ ਮੈਂ ਹਸਬੈਂਡ ਹਾਂ, ਜੇ ਮੈਂ ਵਾਈਫ ਹਾਂ, ਜਾਂ ਮੈਂ ਕੋਈ ਕਿਸੇ ਵੀ ਜਗ੍ਹਾ 'ਤੇ ਹੈਗਾ ਵਾਂ, ਉਹਦੇ ਵਿੱਚ ਰੋਜ਼ ਕੋਈ ਨਾ ਕੋਈ ਕਸ਼ਮਕਸ਼ ਤਾਂ ਹੈ ਅਤੇ ਉਹਨੂੰ ਸਾਂਭਣਾ ਵੀ ਪੈਂਦਾ ਹੈ। ਅਤੇ ਉਹਦੇ ਵਾਸਤੇ ਕਿਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ? ਉਹਨਾਂ ਨੂੰ ਸਾਂਭਣ ਲਈ ਸਾਦਗੀ, ਸਰਲਤਾ, ਠਹਿਰਾਓ, ਮਿਠਾਸ, ਸਹਿਨਸ਼ੀਲਤਾ, ਸ਼ਾਲੀਨਤਾ, ਇਹ ਸਭ ਚੀਜ਼ਾਂ ਵਰਤਣੀਆਂ ਪੈਂਦੀਆਂ ਨੇ। ਔਰ ਦੂਰ ਦ੍ਰਿਸ਼ਟੀ ਰੱਖਦੇ ਹੋਏ, ਇਹ ਬਹੁਤ ਖਾਸ ਹੈ ਕਿ ਸਾਡੇ ਬੋਲਾਂ ਦੀ ਵਰਤੋਂ ਜੋ ਅਸੀਂ ਆਪਣੇ ਲਫ਼ਜ਼ਾਂ ਨਾਲ ਇੱਕ ਦੂਜੇ ਨਾਲ ਜਦੋਂ ਆਦਾਨ ਪ੍ਰਦਾਨ ਕਰਦੇ ਹਾਂ, ਉਹ ਬਹੁਤ ਨਪੇ ਧੁਲੇ ਚਾਹੀਦੇ ਨੇ, ਹੈ ਨਾ। ਸੋ ਇਹ ਸਾਰੀ ਜੋ ਐਨਾਲਿਟੀਕਲ ਮਾਈਂਡ ਹੈ ਉਹ ਇਸ ਪੱਖੋਂ ਹਮੇਸ਼ਾ ਜਾਗਰੂਕ ਰਹਿੰਦਾ ਹੈ ਕਿ ਕਦੀ ਵੀ ਬੋਲਾਂ ਦੀ ਕੁਵਰਤੋਂ ਨਹੀਂ ਕਰਦਾ, ਕਿਉਂਕਿ ਉਹਨੂੰ ਦੂਰਗਾਮੀ ਨਤੀਜੇ ਜੋ ਨੇ ਉਹਨਾਂ ਦੇ ਪ੍ਰਤੀ ਸੁਚੇਤਤਾ ਬਣੀ ਹੋਈ ਹੈ। ਔਰ ਇਸ ਤਰੀਕੇ ਨਾਲ ਸਾਡੇ ਕੋਈ ਵੀ ਰਿਸ਼ਤੇ ਹੋਣ, ਕੋਈ ਸੰਬੰਧ ਹੋਣ, ਉਹਦੇ ਵਿੱਚ ਕੋਈ ਵੀ ਵੱਡੇ ਤੋਂ ਵੱਡੀ ਮੁਸ਼ਕਿਲ ਆ ਜਾਏ
ਉਹਨੂੰ ਸ਼ਾਂਤ ਕਰਨ ਲਈ, ਜਜ਼ਬਾਤਾਂ ਨੂੰ, ਇਹਨਾਂ ਦੇ ਜੋ ਅਸੀਂ ਉੱਪਰ ਸਤਿਗੁਣੀ ਜੋ ਸੋਚ ਹੈ ਉਹਦੀ ਗੱਲ ਕਰਕੇ ਆਏ ਹਾਂ, ਉਹਨਾਂ ਦੇ ਪੌਸ਼ਟਿਕਤਾ ਭਰਪੂਰ ਬੂੰਦਾਂ ਜਿਹੜੀਆਂ ਨੇ ਉਹਦੀ ਵਰਖਾ ਵਿੱਚ ਭਿਗਾਉਣਾ ਪੈਂਦਾ ਆਪਣੇ ਜਜ਼ਬਾਤਾਂ ਨੂੰ। ਇਹਦੇ ਨਾਲ ਮਾਹੌਲ ਹਮੇਸ਼ਾ ਹਲਕਾ ਫੁਲਕਾ ਔਰ ਸੁਹਾਵਣਾ ਬਣਿਆ ਰਹੇਗਾ ਜੀ। ਵਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਵਣ, ਬਨ ਜਾਂ ਜੰਗਲ ਜਿਹਨੂੰ ਕਹਿੰਦੇ ਆ, ਬਨ। ਸੋ ਇਹ ਜਦੋਂ ਮੇਰੇ ਪ੍ਰਥਾਏ ਅਸੀਂ ਗੱਲ ਕਰ ਰਹੇ ਹਾਂ ਤਾਂ ਮੇਰਾ ਜੀਵਨ ਕਾਲ। ਤਿਣ, ਤਿਨਕੇ, ਘਾਸ ਜਿਵੇਂ ਅਸੀਂ ਸਮਝਦੇ ਹਾਂ, ਛੋਟੇ ਛੋਟੇ ਤੀਲੇ। ਅਤੇ ਆਪਣੇ ਪ੍ਰਥਾਏ ਜਦੋਂ ਉਹਨੂੰ ਸਮਝਾਂਗੇ ਇਸ ਲਫ਼ਜ਼ ਨੂੰ, ਅਤੇ ਜੀਵਨ ਦੇ ਕਈ ਪਹਿਲੂ। ਪ੍ਰਭ ਅਗੇਨ ਅਸੀਂ ਇਹ ਲਫ਼ਜ਼ ਹਰੀ ਵੀ ਪੜ੍ਹ ਕੇ ਆਏ ਹਾਂ ਪਹਿਲੇ। ਅਤੇ ਰਜ਼ਾ, ਹੁਕਮ, ਸਮੁੱਚੀ ਵਿਵਸਥਾ ਜਾਂ ਵਿਸਤਾਰ ਉਹਦਾ। ਸੰਗ, ਮਿਲ ਕੇ, ਪ੍ਰਾਪਤ ਕਰਕੇ। ਮੌਲਿਆ ਦਾ ਮਤਲਬ ਹੈ ਆਨੰਦਿਤ, ਤ੍ਰਿਪਤ, ਚਿੰਤਾ ਮੁਕਤ। ਸਮਰੱਥ ਮਤਲਬ ਮੁਕੰਮਲ, ਸੰਪੂਰਨ, ਪੂਰੀ ਤਰ੍ਹਾਂ ਕਾਬਲ, ਫੁੱਲੀ ਕੈਪੇਬਲ ਜਿਹਨੂੰ ਅਸੀਂ ਕਹਿ ਸਕਦੇ ਹਾਂ। ਪੁਰਖ ਹੈ ਅੰਗ ਸੰਗ, ਸਮਾਇਆ ਹੋਇਆ, ਅਪਾਰ, ਬੇਅੰਤ, ਕਦੇ ਨਾ ਮੁੱਕਣ ਵਾਲਾ। ਸੋ ਇਸ ਪੰਕਤੀ ਰਾਹੀਂ ਗੁਰੂ ਸਾਹਿਬ ਸਾਨੂੰ ਇਹ ਸੰਦੇਸ਼ ਦੇ ਰਹੇ ਹਨ ਕਿ ਇਸ ਸਰਵਵਿਆਪੀ ਸੁਖਮਈ ਵਿਵਸਥਾ ਹੇਠ ਜਿਹੜੀ ਇਹ ਕਾਇਨਾਤ ਦਾ ਅਸੀਂ ਸਿਸਟਮ ਦੇਖ ਰਹੇ ਹਾਂ ਆਪਣੇ ਆਲੇ ਦੁਆਲੇ ਹੇਠ, ਇਹ ਸਮੁੱਚੀ ਜੋ ਕਾਇਨਾਤ ਹੈ ਉਸ ਵਿੱਚ ਮੌਜੂਦ ਹਰ ਤਰ੍ਹਾਂ ਦਾ ਜੀਵਨ, ਹਰ ਤਰ੍ਹਾਂ ਦੀ ਲਾਈਫ ਫਾਰਮ ਜਿਹੜੀ ਹੈ, ਅਤੇ ਉਹਦੇ ਨਾਲ ਸੰਬੰਧਿਤ ਹਰ ਤਰ੍ਹਾਂ ਦੇ ਪਹਿਲੂ ਇੱਕ ਸੁਤੰਤਰ ਅਤੇ ਸੂਤਰਬੱਧ ਨਿਜ਼ਾਮ ਦੀ ਛਤਰ ਛਾਇਆ ਹੇਠ ਪ੍ਰਫੁੱਲਤਾ ਮਾਣਦਿਆਂ ਨਿਰਵਿਘਨ ਚੱਲਦੇ ਰਹਿੰਦੇ ਹਨ। ਇਹ ਪ੍ਰਭੂ ਦੀ ਰਜ਼ਾ ਵੇ। ਠੀਕ ਉਸੀ ਤਰ੍ਹਾਂ ਆਪਣੇ ਹਿਰਦੇ ਵਿੱਚ ਵੀ ਸੁਤੰਤਰਤਾ ਅਤੇ ਆਨੰਦ ਮਾਣਨ ਲਈ ਸਾਨੂੰ ਆਪਣੇ ਜਜ਼ਬਾਤਾਂ ਅਤੇ ਭਾਵਨਾਵਾਂ ਨੂੰ ਇਸੀ ਨਿਜ਼ਾਮ ਦੇ ਅਨੁਕੂਲ ਚਲਾਉਣਾ ਸਿੱਖਣਾ ਹੈ। ਇਹ ਸਾਨੂੰ ਦੱਸਿਆ ਜਾ ਰਿਹਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਵੀ ਜੇ ਸਿੱਖਣਾ ਹੈ ਤਾਂ ਉਹਦੇ ਵਾਸਤੇ ਸਾਨੂੰ ਕੁਛ ਸਮਾਨ ਚਾਹੀਦਾ, ਲੇਕਿਨ ਗੁਰੂ ਸਾਹਿਬ ਉਹੀ ਦੱਸ ਰਹੇ ਨੇ। ਇਹ ਸਾਰਾ ਜੋ ਸਿਸਟਮ ਹੈ ਇੱਕ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਸਾਡੇ ਸਾਹਮਣੇ ਬੜੀ ਹੀ ਸਿੰਪਲਿਸਿਟੀ ਨਾਲ, ਬੜੀ ਹੀ ਸਾਦਗੀ ਨਾਲ ਔਰ ਪੂਰੇ ਜਾਹੋ ਜਲਾਲ ਵਿੱਚ ਪੇਸ਼ ਕੀਤਾ ਗਿਆ ਸਾਡੇ ਵਾਸਤੇ। ਇਸ ਕੁਦਰਤ ਦੀ ਬਣਤਰ ਵਿੱਚੋਂ ਸਤ ਔਰ ਸਾਧ ਢੂੰਡਣਾ ਸੱਚਮੁੱਚ ਇਤਨਾ ਆਸਾਨ ਹੈ ਕਿ ਕਿਸੇ ਸਕੂਲ ਕਾਲਜ ਦੀ ਪੜ੍ਹਾਈਆਂ ਦੀ ਲੋੜ ਨਹੀਂ ਪੈਂਦੀ, ਨਾ ਹੀ ਕਿਸੇ ਅਖੌਤੀ ਗਿਆਨੀ ਜਾਂ ਪਹੁੰਚੇ ਹੋਏ ਦੀ ਲੋੜ ਪੈਂਦੀ ਹੈ ਨਾ। ਅਕਸਰ ਅਸੀਂ ਇਹ ਬੜੀ ਜ਼ਿਆਦਾ ਮੁਕਾਬਲੇ 'ਚ ਰਹਿੰਦੇ ਹਾਂ ਕਿ ਵੀ ਫਲਾਣੇ ਬੰਦੇ ਪਹੁੰਚੇ ਹੋਏ ਨੇ ਅਤੇ ਇਹਨਾਂ ਦੀ ਚੂਕ ਪਕੜ ਲਓ ਅਤੇ ਪਾਰ ਹੋ ਜਾਏਗਾ। ਲੇਕਿਨ ਅਸੀਂ ਕਦੀ ਇਸ ਪਾਸੇ ਧਿਆਨ ਨਹੀਂ ਦਿੱਤਾ। ਜਦੋਂ ਸਾਡੀ ਇਹ ਵਾਲੀ ਸੋਚ ਬਣਦੀ ਹੈ ਅਤੇ ਸਾਡੇ ਅੱਖਾਂ, ਨੱਕ, ਕੰਨ, ਹੱਥ, ਇਹ ਸਭ ਇਹਨਾਂ ਦੀ ਵਰਕਿੰਗ ਬੰਦ ਹੋ ਜਾਂਦੀ ਹੈ। ਅਸੀਂ ਆਪਣਾ ਵਿਵੇਕ ਡਿਵੈਲਪ ਹੀ ਨਹੀਂ ਕਰ ਪਾਉਂਦੇ ਅਤੇ ਨਾ ਫਿਰ ਯੂਜ਼ ਕਰਨ ਦੀ ਤਾਂ ਗੱਲ ਹੀ ਕੋਈ ਨਹੀਂ ਰਹਿੰਦੀ। ਸੋ ਇਸ ਕਰਕੇ ਇਹ ਅੱਜ ਅਸੀਂ ਇਹ ਵੀ ਸਮਝਦੇ ਹਾਂ ਕਿ ਸਤ ਔਰ ਸਾਧ ਇਹ ਅਸੀਂ ਕੁਦਰਤ ਦੇ ਇਸ ਸਾਹਮਣੇ ਦਿਖਦੇ ਹੋਏ ਸਾਰੇ ਨਜ਼ਾਰੇ ਵਿੱਚੋਂ ਕਿਵੇਂ ਢੂੰਡ ਸਕਦੇ ਹਾਂ। ਔਰ ਜਦੋਂ ਗੁਰੂ ਸਾਹਿਬ ਬਾਣੀ 'ਚ ਵੀ ਕਹਿੰਦੇ ਨੇ ਕਹੋ ਕਬੀਰ ਹੋਮ ਰਾਮ ਕੀ ਅੰਸ਼, ਅਤੇ ਜੇ ਮੈਂ ਉਹਦੀ ਅੰਸ਼ ਹਾਂ ਤਾਂ ਦੈਟ ਮੀਨਸ ਕਿ ਮੇਰੇ ਘੱਟ ਵਿੱਚ ਵੀ ਇਹ ਸੂਝ ਬੂਝ ਪਰਮਾਤਮਾ ਦੇ ਇਸ ਸਿਸਟਮ ਦੇ ਬਾਰੇ 'ਚ ਉਹ ਮੈਨੂੰ ਵੀ ਪੂਰੀ ਦਿੱਤੀ ਗਈ ਹੈ।
ਕਿਉਂਕਿ ਮੈਂ ਉਹਦੀ ਅੰਸ਼ ਹਾਂ। ਇਹ ਤਾਂ ਹੈ ਨਹੀਂ ਕਿ ਵੀ ਕਿਸੇ ਖਾਸ ਕੱਪੜੇ ਪਾਏ ਦੀ ਜਾਂ ਜਿਨ੍ਹਾਂ ਦੇ ਪਿੱਛੇ ਕੁਛ ਲੋਕ ਲੱਗੇ ਨੇ ਉਹਨਾਂ ਦੇ ਸਿਰਫ ਇਹ ਪ੍ਰਿਵਿਲੇਜ ਉਹਨਾਂ ਕੋਲ ਹੈ। ਇਟ ਇਜ਼ ਵਿਦ ਮੀ ਆਲਸੋ। ਚਲੋ ਉਦਾਹਰਣ ਲੈਂਦੇ ਹਾਂ। ਦੇਖੋ ਜਦੋਂ ਗਰਮੀਆਂ ਵਿੱਚ ਲੂਆਂ ਚੱਲਦੀਆਂ ਨੇ ਅਤੇ ਅਕਸਰ ਮੂੰਹ 'ਚੋਂ ਇਹ ਬੋਲ ਨਿਕਲਦੇ ਨੇ ਕਿ ਗਰਮ ਹਵਾ ਦੇ ਥਪੇੜੇ ਨਾਲ ਸਿੱਧਾ ਮੂੰਹ 'ਤੇ ਪੈ ਰਹੇ ਨੇ, ਸਹਿਣ ਵੀ ਨਹੀਂ ਹੋ ਰਹੇ। ਕਾਸ਼ ਕੋਈ ਪੇੜ ਦੀ ਛਾਂ ਮਿਲ ਜਾਏ, ਪਾਣੀ ਮਿਲ ਜਾਏ, ਹੈ ਨਾ, ਅਤੇ ਚੈਨ ਆ ਜਾਏਗਾ। ਦੂਜਾ ਕੁਦਰਤ ਦਾ ਨਜ਼ਾਰਾ ਦੇਖੋ, ਜਦੋਂ ਸਰਦੀਆਂ ਵਿੱਚ ਉਸ ਟਾਈਮ ਜੋ ਹਵਾ ਚੱਲਦੀ ਹੈ ਅਤੇ ਉਹ ਅਸੀਂ ਕਹਿੰਦੇ ਹਾਂ ਬਦਨ ਨੂੰ ਚੀਰਦੀ ਹੋਈ ਨਿਕਲ ਗਈ, ਔਰ ਅੰਦਰੋਂ ਇੱਛਾ ਹੁੰਦੀ ਹੈ ਕੋਈ ਨਿੱਘੀ ਜਗ੍ਹਾ ਮਿਲ ਜਾਏ, ਗਰਮਾਹਟ ਮਿਲ ਜਾਏ, ਕਿਉਂਕਿ ਬਰਦਾਸ਼ਤ ਤੇ ਉਹ ਵੀ ਨਹੀਂ ਹੁੰਦੀ। ਹੁਣ ਇਹ ਕੁਦਰਤ ਦਾ ਨਜ਼ਾਰਾ ਮੈਂ ਦੇਖਿਆ, ਹੁਣ ਮੇਰਾ ਮਨ ਜੋ ਅਸੀਂ ਸਮਝ ਆਇਆ ਪਾਰਖੂ ਬਿਰਤੀ ਵਾਲਾ, ਉਹ ਬੜੀ ਆਸਾਨੀ ਨਾਲ ਇਹਦੇ ਵਿੱਚੋਂ ਸੰਦੇਸ਼ ਜੋ ਸੱਚ ਦਾ, ਜੋ ਸੱਤ ਹੈ, ਜੋ ਸਾਧ ਜਿੱਦੀ ਅਸੀਂ ਸਦੇ ਹੋਏ ਵਿਚਾਰ ਦੀ ਗੱਲ ਕਰਕੇ ਆਏ ਹਾਂ, ਉਹ ਇਹਦੇ ਵਿੱਚੋਂ ਬੜੀ ਸਰਲਤਾ ਨਾਲ ਸਮਝ ਲੈਂਦਾ ਹੈ। ਕਿਵੇਂ ਕਿ ਜਦੋਂ ਵੀ ਮੰਨ ਲਓ ਮੈਂ ਕ੍ਰੋਧ, ਆਕਰੋਸ਼, ਨਜਾਇਜ਼ ਰੋਬ, ਇਹਨਾਂ ਦੇ ਮਾੜੇ ਪ੍ਰਭਾਵ ਹੇਠਾਂ ਬੋਲਦਾ ਜਾਂ ਕੋਈ ਹਰਕਤ ਕਰਾਂ ਤਾਂ ਸਾਹਮਣੇ ਵਾਲੇ ਦੇ ਉੱਪਰ ਉਹ ਗਰਮ ਥਪੇੜਿਆਂ ਦੀ ਤਰ੍ਹਾਂ ਹੀ ਅਸਰ ਕਰਦੇ ਨੇ। ਹਾਲਾਂਕਿ ਗਰਮ ਥਪੇੜੇ ਪਹਿਲੇ ਉਹ ਵਾਲੇ ਮੇਰੇ 'ਤੇ ਅਸਰ ਕਰਦੇ ਨੇ, ਕਿਉਂਕਿ ਮੈਨੂੰ ਪਹਿਲੇ ਪੂਰੀ ਤਰ੍ਹਾਂ ਉਬਾਲ ਖਾਣਾ ਪੈਂਦਾ ਤਾਂ ਮੈਂ ਉਹ ਅਪਸ਼ਬਦ ਬੋਲ ਸਕਦਾ, ਹੈ ਨਾ। ਪਹਿਲੇ ਮੇਰਾ ਥਪੇੜੇ ਮੈਨੂੰ ਪਏ, ਉਸ ਤੋਂ ਬਾਅਦ ਉਹ ਸਾਹਮਣੇ ਵਾਲੇ ਨੂੰ ਵੀ ਪਏ, ਦੋ ਜਗ੍ਹਾ ਨੁਕਸਾਨ ਕੀਤਾ। ਅਤੇ ਬਰਦਾਸ਼ਤ ਮੈਨੂੰ ਵੀ ਨਹੀਂ ਹੁੰਦਾ ਔਰ ਸਾਹਮਣੇ ਵਾਲੇ ਨੂੰ ਵੀ ਨਹੀਂ ਹੁੰਦਾ। ਦੂਜਾ ਜੋ ਐਗਜ਼ਾਮਪਲ ਅਸੀਂ ਸਰਦੀਆਂ ਦਾ ਲਿਆ ਸੀ ਕਿ ਜੇਕਰ ਮੰਨ ਲਓ ਮੇਰੇ ਸਾਹਮਣੇ ਕੋਈ ਜ਼ਿਆਦਤੀ ਮੇਰੀ ਨੌਲੇਜ ਵਿੱਚ ਹੋ ਰਹੀ ਹੈ ਔਰ ਮੈਂ ਅਣਜਾਣ ਬਣ ਕੇ ਚੁੱਪੀ ਧਾਰੀ ਹੋਈ ਹੈ, ਬਰਫ਼ ਦੀ ਤਰ੍ਹਾਂ ਜੰਮਿਆ ਪਿਆ, ਤਾਂ ਇਹ ਵੀ ਸਹਿਣਯੋਗ ਨਹੀਂ ਹੈ। ਤਾਂ ਇਹਨਾਂ ਉਦਾਹਰਨਾਂ ਵਿੱਚੋਂ ਜੋ ਸੰਤ ਔਰ ਸਾਧ ਪ੍ਰਗਟ ਹੋਵੇਗਾ ਉਹ ਇਹ ਵਿਚਾਰ ਹੈ, ਇਹ ਹਮੇਸ਼ਾ ਵਿਚਾਰ ਹੀ ਹੈਗੇ ਨੇ। ਇਹ ਕੋਈ ਕਿਸੇ ਪਰਸਨ ਦੀ ਗੱਲ ਨਹੀਂ ਹੋ ਰਹੀ ਹੈ ਜਦੋਂ ਅਸੀਂ ਸੰਤ ਜਾਂ ਸਾਧ ਕਹਿੰਦੇ ਹਾਂ। ਸੋ ਇਹ ਵਿਚਾਰ ਉਹ ਪ੍ਰਗਟ ਹੋਏਗਾ। ਉਹ ਕੀ ਹੈਗਾ ਕਿ ਨਾ ਤਾਂ ਕਦੀ ਕ੍ਰੋਧ, ਵੈਰ ਜਾਂ ਨਫ਼ਰਤ ਦੀ ਤਪਸ਼ ਵਿੱਚ ਆਪ ਝੁਲਸਣਾ ਹੈ ਅਤੇ ਨਾ ਹੀ ਕਦੀ ਜ਼ਿਆਦਤੀ ਹੋਣ ਦੀ ਵੇਖ ਕੇ ਮੀਸਣੇਪਨ ਦੀ ਆੜ ਵਿੱਚ ਅੱਖਾਂ ਮੀਚੀ ਰੱਖਣਾ ਹੈ, ਬਲਕਿ ਬਰਸਾਤ ਤੋਂ ਬਾਅਦ ਚਲਦੀ ਖੁਸ਼ਬੂਦਾਰ ਠੰਡ ਪਾਉਂਦੀ ਹਵਾ ਦੇ ਹੁਲਾਰਿਆਂ ਵਾਂਗ ਸੁਭਾਅ ਨੂੰ ਘੜ ਕੇ ਉਦਾਰ ਚਿੱਤ ਬਣਨਾ ਹੈ। ਭਲਾਈ ਔਰ ਉਸਾਰੂ ਕਾਰਜਾਂ ਲਈ ਸਮਰੱਥਾ ਵਧਾਉਣੀ ਹੈ। ਐਸੇ ਅਨੰਤ ਖੁਸ਼ਨੁਮਾ ਗੁਰ ਸਮਝ ਕੇ, ਗੁਰ ਲਫ਼ਜ਼ ਬੜੀ ਵਾਰੀ ਅਸੀਂ ਯੂਜ਼ ਕੀਤਾ, ਗੁਰ, ਗੁਰੂ। ਸੋ ਇਹੋ ਜਿਹੇ ਗੁਰ, ਇਹੋ ਜਿਹੇ ਕੀਮਤੀ ਜੋ ਵਿਚਾਰ ਨੇ, ਉਹਨਾਂ ਨੂੰ ਸਮਝ ਕੇ ਇਹਨਾਂ ਨੂੰ ਅਪਣਾਉਣ ਦੇ ਅਣਗਿਣਤ ਮੌਕੇ ਇਸ ਜੀਵਨ ਵਿੱਚ ਸਾਨੂੰ ਮਿਲਦੇ ਨੇ, ਕਿਉਂਕਿ ਕੁਦਰਤ ਬਿਆਨ 'ਤੇ ਉਹਦੇ ਨਜ਼ਾਰੇ ਬਿਆਨ ਨੇ, ਉਹਦੀ ਕਿਰਤ ਬਿਆਨ 'ਤੇ ਸਾਡਾ ਜੀਵਨ ਜੋ ਹੈ ਉਹਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਮੌਕੇ ਅਵੇਲੇਬਲ ਨੇ। ਸਾਨੂੰ ਸਿਰਫ ਇਸ ਪੱਖੋਂ ਸੁਚੇਤ ਰਹਿਣਾ ਹੈ ਜੀ। ਹਰ ਮਿਲਣਾ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਹਰ ਅਸੀਂ ਲਫ਼ਜ਼ ਪਹਿਲੇ ਵੀ ਸਮਝ ਆਇਆ ਕਿ ਸਦਗੁਣੀ ਸੋਚ ਦਾ ਭੰਡਾਰ। ਮਿਲਣਾ ਨੂੰ, ਮਿਲਣ ਵਾਸਤੇ, ਮਿਲਣ ਨੂੰ ਮਨ, ਜਿੰਦ, ਚੇਤਨ ਸੱਤਾ ਜਾਂ ਖਿਆਲਾਂ ਦਾ ਸੰਗ੍ਰਹਿ, ਲੋਚਦਾ
ਇੱਛਾ ਹੁੰਦੀ ਹੈ ਤਾਂਘ ਰੱਖਣਾ। ਕਰਮ ਕੀਤੇ ਕਰਮਾਂ ਅਨੁਸਾਰ ਕਰਮਾਂ ਦੁਆਰਾ। ਮਿਲਾਵਣ ਹਾਰ ਮਿਲਾਪ ਕਰਾਉਣ ਵਾਲਾ। ਸੋ ਇਸ ਪੰਕਤੀ 'ਚੋਂ ਜੋ ਸਾਨੂੰ ਅਰਥ ਸਮਝ ਆ ਰਹੇ ਨੇ, ਬੜੇ ਅਸੀਂ ਕਹੀਏ ਕਿ ਸਟ੍ਰੇਟ ਫਾਰਵਰਡ ਮੀਨਿੰਗ ਜੋ ਹੈ ਉਹ ਨਜ਼ਰ ਆ ਰਹੇ ਨੇ, ਸਿੱਧਾ ਅਰਥ ਉਹਦਾ ਪਤਾ ਚੱਲ ਰਿਹਾ ਹੈ ਕਿ ਹਰੀ ਨੂੰ ਮਿਲਣ ਲਈ, ਪਰਮਾਤਮਾ ਨੂੰ ਮਿਲਣ ਲਈ, ਇਹ ਵੀ ਇੱਕ ਬੜਾ ਕਾਮਨਲੀ ਯੂਜ਼ਡ ਫਰੇਜ਼ ਹੈ ਕਿ ਪਰਮਾਤਮਾ ਨੂੰ ਮਿਲਾਂਗੇ। ਅਤੇ ਲੇਕਿਨ ਕਿਉਂਕਿ ਇਹ ਹੁਣ ਤੱਕ ਇੱਕ ਉਹ ਸਾਰਟ ਆਫ ਮਿਸਟਰੀ ਬਣੀ ਹੋਈ ਹੈ, ਅਤੇ ਸਾਨੂੰ ਲੱਗਦਾ ਕਿ ਵੀ ਸ਼ਾਇਦ ਕੁਛ ਲੋਕ ਮਿਲੇ ਹੋਏ ਨੇ। ਹੁਣ ਪਰਮਾਤਮਾ ਨੂੰ ਮਿਲਣਾ ਹੈ ਕੀ ਹੈ ਦਰਅਸਲ, ਉਹ ਇਹਦੇ 'ਚੋਂ ਸਮਝ ਆਏਗਾ ਸਾਨੂੰ ਇਸ ਪੰਕਤੀ 'ਚੋਂ। ਅਦਰਵਾਈਜ਼ ਅਸੀਂ ਫਿਰ ਹੁਣੇ ਤੱਕ ਇਹ ਸੋਚ ਰਹੇ ਹਾਂ, ਭਾਵੇਂ ਅਸੀਂ ਸੋਚਦੇ ਹਾਂ ਕਿ ਵੀ ਉਹ ਨਿਰਾਕਾਰ ਹੈ, ਕੋਈ ਆਕ੍ਰਿਤੀ ਨਹੀਂ ਹੈ, ਕੋਈ ਸਾਡੀ ਤਰ੍ਹਾਂ ਸਰੀਰ ਵਾਲੀ ਚੀਜ਼ ਨਹੀਂ ਹੈ, ਲੇਕਿਨ ਉਹਦੇ ਬਾਵਜੂਦ ਇਸ ਮੁਕਾਬਲੇ ਵਿੱਚੋਂ ਵੀ ਅਸੀਂ ਬਾਹਰ ਨਹੀਂ ਨਿਕਲੇ ਕਦੀ, ਇਹ ਵੀ ਫੈਕਟ ਹੈ। ਸੋ ਅਸੀਂ ਹਰੀ ਦਾ ਮੀਨਿੰਗ ਪਿੱਛੇ ਵੀ ਸਮਝ ਕੇ ਆਏ ਹਾਂ ਕਿ ਗੁਣਵੰਤੀ ਵਿਚਾਰਧਾਰਾ, ਗੁਣਾਂ ਦਾ ਭਰਿਆ ਹੋਇਆ ਸਾਡੇ ਖਿਆਲ ਜੋ ਵਿਚ ਆਰ ਇਨ ਟਿਊਨ ਵਿਦ ਨੇਚਰ ਸਿਸਟਮ, ਉਹਨੂੰ ਅਸੀਂ ਹਰੀ ਕਹਿੰਦੇ ਹਾਂ, ਉਹਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ। ਸੋ ਹੁਣ ਇਹਦੇ ਮਿਲਾਪ ਲਈ ਕੀ ਕਰਨਾ ਹੈ ਔਰ ਮਿਲਾਪ ਲੈਣ ਲਈ ਕੀ ਕਰਨਾ ਹੈ, ਇਹ ਅਸੀਂ ਇਹਦੇ 'ਚੋਂ ਸਮਝਦੇ ਹਾਂ। ਸੋ ਹਰੀ ਨੂੰ ਮਿਲਣ ਲਈ ਮੇਰਾ ਮਨ ਇੱਛੁਕ ਹੈ, ਮਤਲਬ ਇਹ ਮਿਲਾਪ ਲਈ ਹੁਣ ਕਰਮੀ ਵੀ ਹੈ, ਕਰਮਸ਼ੀਲ ਹੈ, ਆਪਣੇ ਡੀਡਸ ਨੂੰ ਇਨ ਟਿਊਨ ਰੱਖਦਾ ਹੈ, ਉਦਮੀ ਹੈ, ਨੈਵਰ ਟਾਇਰਡ, ਸੁਸਤੀ ਨਹੀਂ ਕਰਦਾ, ਅਵੇਸਲਾਪਨ ਨਹੀਂ ਵਰਤਦਾ, ਉਦਮੀ ਹੈ ਔਰ ਯਤਨਸ਼ੀਲ ਵੀ ਹੈ। ਆਪਣਾ ਹਰ ਜੋ ਰਿਸੋਰਸ ਹੈ, ਹਰ ਜੋ ਕਾਬਲੀਅਤ ਹੈ, ਉਹਨੂੰ ਇਸਤੇਮਾਲ ਕਰਦਾ ਹੈ, ਲੇਕਿਨ ਡਾਇਰੈਕਸ਼ਨ ਮਿਸ ਨਹੀਂ ਕਰਦਾ। ਉਹ ਦਿਸ਼ਾ ਜੋ ਹੈ, ਜੋ ਕੁਦਰਤ ਦੇ ਇਹਨਾਂ ਨਜ਼ਾਰਿਆਂ ਵਿੱਚ ਪੜ੍ਹੀ, ਸੁਣੀ, ਦੇਖੀ ਔਰ ਵਰਤੀ ਜਾ ਸਕਦੀ ਹੈ, ਉਹਦੇ ਵੱਲੋਂ ਕਦੀ ਅੱਖਾਂ ਆਪਣੀਆਂ ਬੰਦ ਨਹੀਂ ਕਰਦਾ। ਸੋ ਪਾਤਸ਼ਾਹ ਇਸ ਉਪਦੇਸ਼ ਨਾਲ ਹੋਰ ਨੇੜਤਾ ਬਣਾਉਣ ਲਈ ਸਾਨੂੰ ਆਪਣੀ ਮਾਨਸਿਕ ਚੇਤਨਤਾ ਦੀ ਵਰਤੋਂ ਕਰਦੇ ਹੋਏ ਜੋ ਚੱਲ ਰਿਹਾ, ਜੋ ਮਜ਼ਮੂਨ ਹੈ ਸਾਡਾ ਇਸ ਸ਼ਬਦ ਵਿੱਚ, ਅਸੀਂ ਉਹਨਾਂ ਲਫ਼ਜ਼ਾਂ ਰਾਹੀਂ ਉਸ ਆਪਣੇ ਮੋਟਿਵ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਅਸੀਂ ਸਮਝਦੇ ਹਾਂ ਕਿ ਵੀ ਮਨ ਜੋ ਹੈ ਉਹ ਵਿਚਾਰਾਂ ਦਾ ਸੰਗ੍ਰਹਿ ਹੈ, ਜਾਂ ਇੰਝ ਕਹਿ ਲਈਏ ਕਿ ਮਨ ਖਿਆਲਾਂ ਦਾ ਗੁਲਦਸਤਾ ਹੈ। ਹੁਣ ਸਿੰਪਲੀ ਗੁਲਦਸਤੇ ਨੂੰ ਜੇ ਵਿਜ਼ੂਅਲਾਈਜ਼ ਕਰੀਏ ਅਤੇ ਅਸੀਂ ਸਮਝਦੇ ਹਾਂ ਕਿ ਵੀ ਗੁਲਦਸਤਾ ਜੇਕਰ ਹੈ ਅਤੇ ਇਸ ਦੀ ਜੋ ਦਿਸ ਹੈ, ਇਹਦੀ ਜੋ ਸਾਨੂੰ ਇਹਦਾ ਵਿਜ਼ਨ ਹੈ, ਜੋ ਇਹਦਾ ਸਾਹਮਣੇ ਨਜ਼ਾਰਾ ਆਏਗਾ, ਉਹ ਆਕਰਸ਼ਕ ਹੋਣਾ ਚਾਹੀਦਾ ਹੈ ਨਾ। ਅਸੀਂ ਗੁਲਦਸਤਾ ਘਰ 'ਚ ਰੱਖਦੇ ਹਾਂ ਸਜਾਵਟ ਵਾਸਤੇ, ਆਕਰਸ਼ਕ ਵਾਸਤੇ, ਸੋਹਣਾ ਦਿਸੇ, ਉਹਦੀ ਦਿਸ ਇੱਕਦਮ ਅਲੱਗ ਤੋਂ ਨਜ਼ਰ ਆਉਣੀ ਚਾਹੀਦੀ, ਔਰ ਇਹਦੀ ਮੌਜੂਦਗੀ ਵਿੱਚ ਤਾਜ਼ਗੀ ਔਰ ਉਤਸ਼ਾਹ ਦਾ ਅਹਿਸਾਸ ਵੀ ਬਣਨਾ ਚਾਹੀਦਾ। ਔਰ ਜੇਕਰ ਇਹਦੇ ਕੋਲ ਬੈਠੀਏ, ਇਹਦਾ ਸੰਗ ਕਰੀਏ, ਤਾਂ ਨਿਖਾਰ ਔਰ ਖਿਲਾਵਟ ਇਹ ਵੀ ਮਹਿਸੂਸ ਹੋਣੀ ਚਾਹੀਦੀ ਹੈ ਨਾ। ਇਹ ਗੁਲਦਸਤੇ ਦਾ ਇੱਕ ਅਸੀਂ ਸਮਝ ਸਕਦੇ ਹਾਂ, ਉਹਦੀ ਹੋਂਦ ਵਿੱਚੋਂ ਇਹ ਚੀਜ਼ਾਂ ਸਭ ਸਾਨੂੰ ਰਿਕੁਆਇਰਡ ਹੁੰਦੀਆਂ ਨੇ, ਤਾਂ ਹੀ ਅਸੀਂ ਸਜਾ ਕੇ ਗੁਲਦਸਤਾ ਘਰ ਵਿੱਚ ਰੱਖਦੇ ਹਾਂ। ਹੁਣ ਜੇਕਰ ਇਹ ਮਾਨਵੀ ਗੁਲਦਸਤਾ ਬਣਿਆ ਹੋਇਆ ਹੈ ਅਤੇ ਇਹ ਸਾਰੇ ਚੀਜ਼ਾਂ ਉਹਦੇ 'ਚੋਂ ਲੈਣ ਵਾਸਤੇ ਇਸ ਗੁਲਦਸਤੇ ਦੀ ਸਫਾਈ ਧੁਲਾਈ ਕਰਨੀ ਪਵੇਗੀ, ਤਾਂ ਕਿ ਕੋਈ ਵੀ ਮੈਲ ਮਿੱਟੀ ਜਿਹੜੀ ਇਹਦੇ 'ਤੇ ਲੱਗੀ ਹੋਈ ਹੈ ਉਹ ਲੈ ਜਾਵੇ। ਭਾਵ ਖਿਆਲਾਂ ਵਿੱਚੋਂ ਕਈ ਚਿਰ ਤੋਂ ਟਿਕੀ ਹੋਈ ਬਦਨੀਅਤੀ, ਬੇਰਹਿਮੀ, ਦੋਗਲਾਪਨ, ਨਫ਼ਰਤ, ਇਸ ਤਰ੍ਹਾਂ ਦੀ ਜੋ ਮੈਲ ਕੁਚੈਲ ਹੈ ਨਾ, ਉਹਨੂੰ ਹਟਾ ਕੇ
ਸਾਫ ਸੁਥਰਾ ਕਰਨਾ ਹੈ, ਕਿਉਂਕਿ ਅਸੀਂ ਗੁਲਦਸਤਾ ਤਿਆਰ ਕਰ ਰਹੇ ਹਾਂ ਖਿਆਲਾਂ ਦਾ। ਅਤੇ ਹੁਣ ਖਿਆਲਾਂ ਵਿੱਚ ਤਰੋਤਾਜ਼ਗੀ ਲੈਣ ਲਈ ਸਾਨੂੰ ਆਪਣੇ ਅੱਖ, ਨੱਕ, ਕੰਨ, ਚਿੱਤ, ਬੁੱਧੀ ਭਾਵ ਸਾਰੀ ਜੋ ਗਿਆਨ ਇੰਦਰੀਆਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਨੂੰ ਹਮੇਸ਼ਾ ਕਾਇਨਾਤ ਵਿੱਚ ਜੋ ਵਰਤ ਰਹੀ ਕਿਰਤ ਹੈ, ਜੋ ਪਰਮਾਤਮਾ ਜੋ ਸਿਸਟਮ ਚੱਲ ਰਿਹਾ ਉਹਦੇ ਪ੍ਰਤੀ ਸੁਚੇਤ ਰਹਿਣਾ ਹੈ, ਸਜਗ ਰੱਖਣਾ ਹੈ, ਉਹਨੂੰ ਜਾਗਰਿਤ ਅਵਸਥਾ ਵਿੱਚ ਰੱਖਣਾ ਹੈ, ਤਾਂ ਕਿ ਜੋ ਇਹ ਅਸੀਮ ਰੱਬੀ ਗੁਣਾਂ ਦਾ ਭੰਡਾਰ ਵੇ ਉਹਦੇ ਵਿੱਚੋਂ ਲਗਾਤਾਰ ਮੇਰੇ ਗਿਆਨ ਦੀ ਬੜੋਤਰੀ ਹੁੰਦੀ ਰਹੇ, ਉਹਦੇ ਵਿੱਚ ਪਲ ਪਲ ਨਵੀਨਤਾ ਆ ਸਕੇ, ਆਉਂਦੀ ਰਹੇ। ਸੋ ਗੁਣਾਂ ਦੇ ਇਸ ਵੱਧਦੇ ਖਜ਼ਾਨੇ ਨੂੰ ਜਦੋਂ ਮਨ ਕਰਮ ਇੰਦਰੀਆਂ ਰਾਹੀਂ ਨਿਤ ਨਵੇਂ ਤਰੀਕੇ ਨਾਲ ਵਰਤਦਾ ਹੈ, ਤਾਂ ਮਿਲਣ ਵਾਲੇ ਖੁਸ਼ਨੁਮਾ ਨਤੀਜੇ ਨੂੰ ਵੇਖ ਕੇ ਉਤਸ਼ਾਹਿਤ ਹੋ ਜਾਂਦਾ ਹੈ। ਇਹ ਸਾਡਾ ਗੁਲਦਸਤਾ ਤਿਆਰ ਹੋ ਰਿਹਾ। ਸੋ ਇਹਦੇ ਵਿੱਚ ਹੋਰ ਕਿਹੜੇ ਸੁੰਦਰ ਸੁੰਦਰ ਫੁੱਲ ਲੱਗਣਗੇ। ਸੰਵੇਦਨਸ਼ੀਲਤਾ, ਆਲਵੇਜ਼ ਕੰਸਰਨਡ, ਆਸ਼ਾਵਾਦੀ, ਹੋਪਫੁਲ ਅਤੇ ਪਰਉਪਕਾਰ, ਆਪਣੇ ਨਾਲ ਦੂਜਿਆਂ ਦੀ ਵੀ ਭਲਾਈ ਸੋਚਦਾ ਹੈ। ਸੋ ਐਸੇ ਖਿਆਲਾਂ ਨਾਲ ਸੁਰਜੀਤ ਇਹ ਸੁੰਦਰ ਗੁਲਦਸਤਾ ਭਾਵ ਮੇਰਾ ਮਨ ਨੀਅਤ ਔਰ ਸੁਭਾਅ ਵਿੱਚ ਆਏ ਨਿਖਾਰ ਨੂੰ ਮਹਿਸੂਸ ਕਰਦਾ ਹੈ। ਉਹ ਖੁਸ਼ਬੂ ਆਪ ਵੀ ਗ੍ਰਹਿਣ ਕਰਦਾ ਹੈ, ਉਸ ਕਰਕੇ ਖਿਲਿਆ ਖਿਲਿਆ ਰਹਿੰਦਾ ਹੈ। ਔਰ ਇਹੀ ਹਰੀ ਦਾ ਮਿਲਣਾ ਹੈ, ਇਹੀ ਪ੍ਰਭੂ ਮਿਲਾਪ ਹੈ। ਜਦੋਂ ਅਸੀਂ ਅੰਦਰੋਂ ਖੁਸ਼ਬੂਦਾਰ ਮਹਿਸੂਸ ਕਰਦੇ ਹਾਂ, ਅੰਦਰੋਂ ਚੈਨ ਮਹਿਸੂਸ ਕਰਦੇ ਹਾਂ, ਅੰਦਰੋਂ ਸ਼ਾਂਤ ਮਹਿਸੂਸ ਕਰਦੇ ਹਾਂ, ਇਹ ਹਰੀ ਦਾ ਮਿਲਣਾ ਕਹਿਲਾਂਦਾ ਹੈ ਜੀ। ਜਿਨੀ ਸਖੀਏ ਪ੍ਰਭ ਪਾਇਆ, ਹੋਂ ਤਿਨ ਕੈ ਸਦ ਬਲਹਾਰ। ਜਿਨ੍ਹਾਂ ਸਖੀਏ, ਸਖੀਆਂ ਦੀ ਮਦਦ ਨਾਲ, ਜਿਨ੍ਹਾਂ ਦੀ ਮਦਦ ਨਾਲ ਭਾਵ ਮੇਰੀ ਆਪਣੀਆਂ ਇੰਦਰੀਆਂ ਔਰ ਗਿਆਨ ਇੰਦਰੀਆਂ ਦੇ ਕਾਰਨ ਦੇ ਮਦਦ ਨਾਲ। ਪ੍ਰਭ, ਅਗੇਨ ਦਾ ਵਰਡ ਇਜ਼ ਰਿਪੀਟਡ। ਸੋ ਪ੍ਰਭ ਅਸੀਂ ਸਮਝਦੇ ਹਾਂ ਸਦੀਵੀ ਸੁਖਮਈ ਵਿਚਾਰਧਾਰਾ, ਦੇਣ ਵਾਲਾ, ਮਾਲਕ, ਰਖਵਾਲਾ। ਹੁਣ ਮਾਲਕ ਦਾ ਮਤਲਬ ਕੋਈ ਅਗੇਨ ਸਰੀਰ ਨਹੀਂ ਹੈ, ਉਸ ਵਿਚਾਰਧਾਰਾ ਦੇ ਵਿਸਤਾਰ ਨੂੰ ਅਸੀਂ ਮਾਲਕ ਕਹਿ ਰਹੇ ਹਾਂ। ਪਾਇਆ, ਪ੍ਰਾਪਤ ਕੀਤਾ, ਸ਼ਾਮਲ ਹੋ ਗਿਆ। ਹੋਂ, ਮੈਂ ਭਾਵ ਤਨੋ ਮਨੋ। ਤਿਨ ਕੈ, ਉਹਨਾਂ ਦਾ ਮਤਲਬ ਸਦਗੁਣਾਂ ਦਾ। ਸਦ, ਸदैव, ਹਮੇਸ਼ਾ। ਬਲਹਾਰ, ਸਦਕੇ ਜਾਣਾ, ਨਤਮਸਤਕ ਰਹਿਣਾ। ਸੋ ਇਸ ਪੰਕਤੀ ਵਿੱਚ ਜੋ ਸਾਨੂੰ ਉਪਦੇਸ਼ ਮਿਲ ਰਿਹਾ ਹੈ ਉਹ ਇਹ ਹੈ ਕਿ ਕਿਉਂਕਿ ਹੁਣ ਅਸੀਂ ਪਿੱਛੇ ਗੁਲਦਸਤੇ ਦੀ ਗੱਲ ਕਰਕੇ ਆਏ ਹਾਂ, ਖਿੜਾਵ ਦੀ ਗੱਲ ਕਰਕੇ ਆਏ ਹਾਂ, ਖੁਸ਼ਬੂ ਦੀ ਗੱਲ ਕਰ ਰਹੇ ਹਾਂ। ਸੋ ਇਸ ਤਰ੍ਹਾਂ ਦੀ ਅਵਸਥਾ ਨੂੰ ਜੋ ਮਨ ਮਾਨ ਰਿਹਾ ਹੈ, ਇਸ ਖਿੜਾਓ ਵਾਲੀ ਅਵਸਥਾ ਨੂੰ ਜੋ ਮਨ ਮਾਨ ਰਿਹਾ ਹੈ, ਉਹ ਹੁਣ ਆਪਣੇ ਅੰਤःਕਰਨ ਤੋਂ, ਆਪਣੇ ਅੰਦਰੋਂ ਤੱਕ ਤੋਂ ਸ਼ੁਕਰਾਨੇ ਦੇ ਗੁਣ ਨੂੰ ਕਦੀ ਵੀ ਗਵਾਉਂਦਾ ਨਹੀਂ ਹੈ। ਦੇਖੋ, ਇੱਕ ਤੋਂ ਬਾਅਦ ਇੱਕ ਸਾਨੂੰ ਬੈਨੀਫਿਟਸ ਹੋ ਰਹੇ ਨੇ, ਉਪਲਬਧੀ ਸਾਡੀ ਬਣ ਰਹੀ ਹੈ। ਅਸੀਂ ਇਹ ਤਾਂ ਚਾਹੁੰਦੇ ਹਾਂ ਕਿ ਵੀ ਸਾਡੇ ਕੀਤੇ ਨੂੰ ਕੋਈ ਥੈਂਕਸ ਕਵੇ, ਉਹਨੂੰ ਐਪਰੀਸ਼ੀਏਟ ਕਰੇ, ਲੇਕਿਨ ਅਕਸਰ ਅਸੀਂ ਆਪ ਇਹਦੇ 'ਚ ਕੰਜੂਸ ਹੋ ਜਾਂਦੇ ਹਾਂ। ਅਤੇ ਜਦੋਂ ਅਸੀਂ ਆਪ ਕੰਜੂਸ ਹੁੰਦੇ ਹਾਂ ਅਤੇ ਫਿਰ ਦੁਨੀਆ ਵੀ ਇੰਝ ਹੀ ਉਹ ਚੱਲਣ ਜਿਹੜਾ ਵੇ ਉਹ ਸਾਰੇ ਪਾਸੇ ਉਂਝ ਹੀ ਚੱਲਣਾ ਸ਼ੁਰੂ ਹੋ ਜਾਂਦਾ। ਸੋ ਇਹ ਕੰਜੂਸੀ ਸਾਨੂੰ ਬਹੁਤ ਮਹਿੰਗੀ ਪੈਂਦੀ ਹੈ
ਹੈ ਨਾ। ਅੰਦਰੋਂ ਅਸੀਂ ਕਹੀਏ ਕਿ ਵੀ ਫ੍ਰਿਕਸ਼ਨ ਜਿਹਾ ਬਣਿਆ ਰਹਿੰਦਾ ਫਿਰ ਇੱਕ ਦੂਜੇ ਨਾਲ। ਸੋ ਇਹ ਫਾਇਦੇ ਇਸ ਮਨ ਨੂੰ ਸਿੱਖਣੇ ਆ ਜਾਂਦੇ ਨੇ। ਉਹ ਕਿਸੇ ਰਿਕਸ਼ੇ ਵਾਲੇ ਦਾ ਵੀ ਥੈਂਕਸ ਕਰ ਸਕਦਾ ਹੈ ਔਰ ਕਿਸੇ ਆਫਿਸਰ ਦਾ ਵੀ ਥੈਂਕਸ ਕਰ ਸਕਦਾ ਹੈ। ਉਹਦੇ ਵਿੱਚ ਕਿਸੇ ਜਗ੍ਹਾ ਉਹਨੂੰ ਸੋਚਣਾ ਨਹੀਂ ਪੈਂਦਾ ਕਿ ਵੀ ਇੱਥੇ ਤਾਂ ਕੋਈ ਲੋੜ ਨਹੀਂ ਇੱਥੇ ਕਹਿਣ ਦੀ। ਜਦੋਂ ਅਸੀਂ ਇੱਕ ਚੰਗੀ ਆਦਤ ਦਾ ਵਿਸਤਾਰ ਕਰਦੇ ਹਾਂ, ਹਰ ਜਗ੍ਹਾ 'ਤੇ ਯੂਜ਼ੇਜ ਕਰਦੇ ਹਾਂ, ਅਤੇ ਉਹਦਾ ਰਿਟਰਨ ਵੀ ਜਿਹੜਾ ਵੇ ਸਾਨੂੰ ਹਰ ਪਾਸਿਓਂ ਆਉਂਦਾ। ਸੋਚੋ ਜਦੋਂ ਚੰਗਿਆਈ ਸਾਨੂੰ 10 ਦਿਸ਼ਾਵਾਂ ਤੋਂ ਵਾਪਸ ਆ ਰਹੀ ਹੋਏਗੀ ਅਤੇ ਆਟੋਮੈਟਿਕਲੀ ਗੁਲਦਸਤਾ ਜਿਹੜਾ ਉਹ ਹੋਰ ਖਿੜੇਗਾ, ਹੋਰ ਫੁੱਲ ਖੁਸ਼ਬੂਦਾਰ ਵੱਡੇ ਵੱਡੇ ਲੱਗਣਗੇ ਉਹਦੇ ਵਿੱਚ। ਸੋ ਇਹਦੇ ਵਿੱਚ ਜੋ ਸਾਨੂੰ ਸਮਝਾਈ ਜਾ ਰਹੀ ਹੈ ਗੱਲ ਕਿ ਇਹ ਜਿਹੜਾ ਜੋ ਹੈ ਇਹ ਸ਼ੁਕਰਾਨੇ ਦੇ ਗੁਣ ਤੋਂ ਕਦੀ ਵੀ ਆਪਣੇ ਆਪ ਨੂੰ ਓਲਾ ਨਹੀਂ ਕਰਦਾ, ਉਹਨੂੰ ਗਾਉਂਦਾ ਨਹੀਂ ਹੈ, ਬਲਕਿ ਉਹਦਾ ਭਰਪੂਰ ਇਸਤੇਮਾਲ ਕਰਦਾ ਹੈ। ਕਿਉਂਕਿ ਇਸ ਕਰਕੇ ਹਲੀਮੀ ਔਰ ਸਿੱਖਣ ਦੀ ਜੋ ਬਿਰਤੀ ਹੈ ਨਾ, ਉਹ ਵੀ ਕਾਇਮ ਰਹਿੰਦੀ ਹੈ, ਉਹ ਵੀ ਫੇਡ ਅਵੇ ਨਹੀਂ ਹੁੰਦੀ ਕਦੀ ਕਿ ਹੁਣ ਮੈਂ ਸਿੱਖ ਗਿਆ ਸਾਰਾ ਕੁਛ, ਹੁਣ ਤਾਂ ਮੈਂ ਦੁਨੀਆ ਨੂੰ ਸਿਖਾਉਣਾ ਸਿਰਫ, ਕਿਉਂਕਿ ਮੇਰੇ ਸਿਖਾਏ ਹੀ ਦੁਨੀਆ ਬਦਲੇਗੀ ਜਾਂ ਸਿੱਖ ਜਾਏਗੀ, ਉਹ फ़ायदा ਉਠਾਏਗੀ। ਸੋ ਇਸ ਥੈਂਕਫੁਲ ਹੋਣ ਦਾ फ़ायदा ਵੇ ਕਿ ਮੇਰੇ ਅੰਦਰ ਸਿੱਖਣ ਦੀ ਵੀ ਜੋ ਬਿਰਤੀ ਹੈ ਉਹ ਕਾਇਮ ਰਹਿੰਦੀ ਹੈ। ਔਰ ਫਿਰ ਜੋ ਸਿੱਖੇ ਹੋਏ, ਜੋ ਪ੍ਰਾਪਤ ਕੀਤੇ ਹੋਏ ਗੁਣ ਨੇ, ਉਹਨਾਂ ਦੀ ਵਰਤੋਂ ਲਈ ਦ੍ਰਿੜਤਾ ਵੀ ਬਣਦੀ ਹੈ, ਉਹਦਾ ਯੂਜ਼ੇਜ ਕਰਨਾ ਵੀ ਨਹੀਂ ਭੁੱਲਦਾ। ਸੋ ਇੱਥੇ ਪਾਤਸ਼ਾਹ ਮਨ ਵਿੱਚ ਇੱਕ ਆਤਮ ਵਿਸ਼ਵਾਸ, ਸੈਲਫ ਕੌਨਫੀਡੈਂਸ ਜਿਹਨੂੰ ਕਹਿੰਦੇ ਆ ਨਾ, ਉਹਨੂੰ ਜਗਾਉਣ ਦੀ ਪ੍ਰੇਰਨਾ ਕਰ ਰਹੇ ਨੇ। ਸੈਲਫ ਡਿਪੈਂਡੈਂਟ ਹੋਣਾ ਵੀ ਸਿਖਾ ਰਹੇ ਨੇ, ਆਤਮ ਨਿਰਭਰ ਹੋਣਾ ਵੀ ਸਿਖਾ ਰਹੇ ਨੇ ਕਿ ਹਰ ਛੋਟੀ ਮੋਟੀ ਗੱਲ ਵਾਸਤੇ ਕਿਸੇ ਵੱਲ ਤੁਰ ਪਏ ਕਿ ਉੱਥੇ ਹੀ ਮੱਥਾ ਟੇਕ ਕੇ ਆਵਾਂਗੇ ਅਤੇ ਸਾਨੂੰ ਪਾਰ ਉਤਾਰਾ ਹੋ ਜਾਏਗਾ, ਹੈ ਨਾ। ਕਿਉਂਕਿ ਅੰਦਰੋਂ ਸਮਝਦਾਰੀ ਹੈ ਪਰਮਾਤਮਾ ਦੇ ਪ੍ਰਤੀ, ਉਹਦੇ ਨਿਯਮਾਂ ਦੇ ਪ੍ਰਤੀ, ਉਹਦੀ ਕਿਰਤ ਦੇ ਪ੍ਰਤੀ, ਇਸ ਕਰਕੇ ਇੰਝ ਗੁੰਮਰਾਹ ਨਹੀਂ ਹੁੰਦਾ। ਸੈਲਫ ਕੌਨਫੀਡੈਂਟ ਐਂਡ ਸੈਲਫ ਡਿਪੈਂਡੈਂਟ, ਆਤਮ ਵਿਸ਼ਵਾਸੀ ਔਰ ਆਤਮ ਨਿਰਭਰ, ਇਹ ਬਣ ਜਾਂਦਾ ਹੈ, ਬਣਨੇ ਵੱਲ ਅਗਰਸਰ ਹੈ। ਫਿਰ ਅੱਗੇ ਫਰਮਾ ਰਹੇ ਹਨ ਕਿ ਇਹਨਾਂ ਗਿਆਨ ਇੰਦਰੀਆਂ ਨੇ ਮਤ ਅਤੇ ਬੁੱਧੀ ਨਾਲ ਸਖੀ ਸਹੇਲੀਆਂ ਵਾਲਾ ਰਿਸ਼ਤਾ ਹੁਣ ਨਿਭਾਇਆ ਹੈ ਨਾ। ਸਖੀ ਜਾਂ ਸਹੇਲੀ ਜਾਂ ਦੋਸਤ ਮਿੱਤਰ ਅਸੀਂ ਕਿਹਨੂੰ ਕਹਿੰਦੇ ਹਾਂ? ਉਹ ਜੋ ਸਾਡੇ ਸੁੱਖ ਦੁੱਖ ਵਿੱਚ ਮਦਦਗਾਰ ਹੁੰਦਾ ਹੈ, ਸਾਡੇ ਨਾਲ ਖੜ੍ਹਾ ਹੁੰਦਾ ਹੈ। ਸੋ ਇੱਥੇ ਮੇਰੀ ਗਿਆਨ ਇੰਦਰੀਆਂ ਜੋ ਪਰਮਾਤਮਾ ਦੇ ਉਹਦੇ ਤੋਂ ਸਿੱਖ ਰਹੀਆਂ ਨੇ, ਦੇਖ ਰਹੀਆਂ ਨੇ, ਮਹਿਸੂਸ ਕਰ ਰਹੀਆਂ ਨੇ, ਉਹ ਮਤ ਔਰ ਬੁੱਧੀ ਵਿੱਚ ਆਦਾਨ ਪ੍ਰਦਾਨ ਹੋ ਰਿਹਾ ਔਰ ਉੱਥੇ ਉਹਨੂੰ ਟਿਕਾਇਆ ਜਾ ਰਿਹਾ, ਉੱਥੇ ਉਹਨੂੰ ਜਗ੍ਹਾ ਦਿੱਤੀ ਜਾ ਰਹੀ ਹੈ। ਕਿਉਂਕਿ ਇਹ ਸਦੀਵੀ ਸੁੱਖ ਦੇਣ ਵਾਲੀ ਜੋ ਵਿਚਾਰਧਾਰਾ ਹੈ, ਮਤਲਬ ਮੇਰੇ ਜੋ ਜੀੜੇ ਦੀ ਬੇਚੈਨੀ ਔਰ ਅਸ਼ਾਂਤ ਅਵਸਥਾ ਨੂੰ ਤੋਂ ਉਹਦੀ ਰੱਖਿਆ ਕਰਨ ਵਾਲੇ ਜੋ ਇਹ ਖਿਆਲ ਨੇ, ਇਹ ਰੱਬੀ ਗੁਣ ਨੇ, ਇਹਨਾਂ ਦਾ ਪੱਲਾ ਪਕੜਾ ਦਿੱਤਾ ਹੈ। ਇਹਨਾਂ ਨੇ ਇਸ ਤਰੀਕੇ ਨਾਲ ਗਿਆਨ ਇੰਦਰੀਆਂ ਨੇ ਔਰ ਮੇਰੀ ਮਤ ਬੁੱਧੀ ਨੇ ਆਪਸ ਵਿੱਚ ਮਿੱਤਰਤਾ ਨਿਭਾਈ ਹੈ ਕਿ ਸੱਚ ਦਾ ਸੰਦੇਸ਼ ਸਿੱਖ ਕੇ ਅੰਦਰ ਮਤ ਵਿੱਚ, ਬੁੱਧੀ ਵਿੱਚ ਟਿਕਾ ਦਿੱਤਾ ਹੈ। ਹੁਣ ਜੋ ਦੁਰਭਾਵਨਾਵਾਂ ਤੋਂ ਦੂਰ ਹੋ ਕੇ ਪ੍ਰੇਮ ਔਰ ਸਦਭਾਵ ਵਿੱਚ ਭਿੱਜੀ ਹੋਈ ਜਿੰਦ ਜਦੋਂ ਐਸੇ ਉੱਤਮ ਗਿਆਨ ਅਤੇ ਉਸ ਨੂੰ ਹਾਸਲ ਕਰਨ ਦੇ ਮਾਧਿਅਮ ਜੋ ਮੇਰੀ ਗਿਆਨ ਇੰਦਰੀਆਂ ਨੇ, ਉਹਨਾਂ ਅੱਗੇ ਨਤਮਸਤਕ ਹੈ, ਉਹਨਾਂ ਤੋਂ ਸਦਕੇ ਜਾਂਦੀ ਹੈ। ਕਿਉਂਕਿ ਤੰਦਰੁਸਤ ਵਿਚਾਰ ਮਾਨਸਿਕਤਾ ਨੂੰ ਹਰਿਆ ਭਰਿਆ ਰੱਖਦੇ ਹਨ ਔਰ ਇਸ ਤਰ੍ਹਾਂ ਜੀਵਨ ਵਿੱਚ ਆਨੰਦ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਨਾਨਕ ਹਰ ਜੀ ਮਇਆ ਕਰ ਸ਼ਬਦ ਸਵਾਰਨ ਹਾਰ। ਨਾਨਕ, ਹੇ ਨਾਨਕ, ਨਾਨਕ ਨੂੰ ਸੰਬੋਧਨ ਭਾਵ ਆਪਣੇ ਮਨ ਨੂੰ ਸੰਬੋਧਨ।
ਹਰ ਹਰ ਲਫ਼ਜ਼ ਅਸੀਂ ਸਮਝਦੇ ਆ ਰਹੇ ਹਾਂ। ਮੈਨੂੰ ਲੱਗਦਾ ਜਦ ਜਿੰਨੀ ਵਾਰੀ ਵੀ ਹਰ ਪ੍ਰਭ ਇਹ ਲਫ਼ਜ਼ ਆਉਣਗੇ ਅਤੇ ਸਾਡੀ ਜੋ ਸਦੀਆਂ ਤੋਂ ਇੱਕ ਅਟਕੀ ਹੋਈ ਵਿਚਾਰਧਾਰਾ ਵੇ ਸ਼ਾਇਦ ਉਹਦੇ ਤੋਂ ਅਸੀਂ ਮੁਕਤ ਹੋ ਸਕੀਏ ਕਿ ਇਹ ਵਡਮੁੱਲੇ ਜੋ ਜੀਵਨ ਸੰਦੇਸ਼ ਨੇ ਉਹਨਾਂ ਦੀ ਗੱਲ ਹੈ। ਜੀੜਾ ਮਨ, ਮਇਆ ਕਹਿੰਦੇ ਨੇ ਮਿਹਰ ਨੂੰ, ਦਇਆ ਕਿਰਪਾ, ਕਰਕੇ ਕਰਾ ਦੋ, ਸ਼ਬਦ ਦੁਆਰਾ, ਭਾਵ ਨਿਰਮਲ ਸਿੱਖਿਆਵਾਂ ਰਾਹੀਂ, ਭਾਵ ਰਜ਼ਾ ਵਿੱਚ ਚੱਲ ਕੇ ਰਹਿ ਕੇ, ਸਵਾਰਨਹਾਰ, ਦੇਣ ਦੀ ਸਵਾਰ ਦੇਣ ਦੀ ਸਮਰੱਥਾ ਰੱਖਣ ਵਾਲਾ ਕੀ ਫਲਸਫਾ, ਮਾਨਸਿਕ ਸੰਤੁਲਨ ਬਣਾਈ ਰੱਖਣ ਵਾਲਾ, ਇਹ ਵਾਲੀ ਵਿਚਾਰਧਾਰਾ, ਉਹ ਵਾਲੀ ਸੋਚ। ਸੋ ਇਸ ਪੰਕਤੀ ਵਿੱਚ ਜੋ ਉਪਦੇਸ਼ ਸਾਨੂੰ ਸਾਹਮਣੇ ਆ ਰਿਹਾ ਹੈ, ਜੋ ਸਾਹਮਣੇ ਦਿਸ ਰਿਹਾ ਹੈ, ਉਹ ਇਹ ਹੈ ਕਿ ਪਾਤਸ਼ਾਹ ਆਪਣੇ ਮਨ ਨੂੰ ਇੱਕ ਤਰ੍ਹਾਂ ਹਲੂਣਾ ਦੇ ਰਹੇ ਹਨ, ਦੇ ਕੇ ਸਿੱਖਿਆਵਾਂ ਪ੍ਰਤੀ ਸੁਚੇਤ ਹੋਣ ਲਈ, ਸਜਗ ਰਹਿਣ ਲਈ ਹੱਲਾਸ਼ੇਰੀ ਦੇ ਰਹੇ ਹਨ। ਮਇਆ ਉਹਦੀ ਦਇਆ ਮੰਗ ਰਹੇ ਹਨ ਨਾ, ਸੋ ਇਹ ਹੱਲਾਸ਼ੇਰੀ ਦੇ ਰਹੇ ਹਨ, ਮਨ ਨੂੰ ਮਜ਼ਬੂਤ ਕਰ ਰਹੇ ਹਨ। ਮਨ ਨੂੰ ਸੰਬੋਧਨ ਕਰਦਿਆਂ ਇਹ ਸਮਝਾ ਰਹੇ ਹਨ ਕਿ ਬਿਨਾਂ ਸੁਸਤੀ ਦੇ, ਬਿਨਾਂ ਅਵੇਸਲਿਆਂ ਹੋਇਆਂ ਆਪਣੀ ਬੁੱਧੀ, ਮਤ, ਚਿੱਤ ਨੂੰ ਹਰ ਪਾਸੇ ਵਰਤ ਰਹੇ ਨਿਰਮਲ ਰੱਬੀ ਗੁਣਾਂ ਦੀ ਨਿਗਹਬਾਨੀ ਵਿੱਚ ਚਲਾਉਣ ਦੀ ਜਾਚ ਸਿੱਖਣੀ ਹੈ। ਉਸ ਦੀ ਨਿਆਂਪੂਰਨ ਰਜ਼ਾ ਪ੍ਰਤੀ ਅਤੇ ਸੁਖਾਵੇਂ ਹੁਕਮਾਂ ਵੱਲ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਜੀਵਨ ਜੀਉਣ ਲਈ ਅਗਵਾਈ ਲੈਣੀ ਹੈ। ਇੰਜ ਕੀਤਿਆਂ ਜ਼ਿੰਮੇਵਾਰੀ ਦਾ ਅਹਿਸਾਸ ਵੱਧਦਾ ਹੈ ਨਾ। ਹੁਣ ਜ਼ਿੰਮੇਵਾਰ ਹੋਣ ਦਾ ਕੀ ਮਤਲਬ ਹੈ? ਇੱਕ ਜ਼ਿੰਮੇਵਾਰ ਬੰਦਾ ਜਾਂ ਉਹਨੂੰ ਕਿਹਨੂੰ ਅਸੀਂ ਸਮਝਦੇ ਹਾਂ ਕਿ ਗੱਲ 'ਤੇ ਚਿੱਠਾ ਨਹੀਂ ਪੈਣਾ, ਅਕਾਰਨ ਹੀ ਨਫ਼ਰਤ ਦੇ ਬੀਜ ਨਹੀਂ ਬੋਣੇ, ਮਤਲਬ ਬੋਣੇ ਹੀ ਨਹੀਂ। ਅਸੀਂ ਅਕਾਰਨ ਇਹ ਕਰਦੇ ਰਹਿੰਦੇ ਹਾਂ, ਇਹ ਕਦੀ ਵੀ ਨਹੀਂ ਕੰਮ ਕਰਨਾ ਹੈ ਵਾਲਾ, ਔਰ ਬੇਵਜ੍ਹਾ ਖਿੱਚੋਤਾਣ ਕਰਦੇ ਰਹਿਣਾ ਹੈ ਨਾ। ਅਸੀਂ ਮਤਲਬ ਕੋਈ ਵਜ੍ਹਾ ਨਹੀਂ ਵੀ ਹੁੰਦੀ ਨਾ, ਤਾਂ ਵੀ ਆਪਣਾ ਉੱਤੇ ਹਾਵੀ ਹੋਣ ਵਾਸਤੇ ਇਹੋ ਜਿਹੇ ਖਿੱਚੋਤਾਣ ਦੇ ਮਾਹੌਲ ਨੂੰ ਕ੍ਰੀਏਟ ਕਰੀ ਰੱਖਦੇ ਹਾਂ, ਔਰ ਬੇਲੋੜੇ ਹੀ ਤਾਨੇ ਮਾਰਦੇ ਰਹਿਣਾ ਕਿਸੇ ਨੂੰ। ਇਹ ਵਾਲੀ ਸਾਰੀ ਬਿਰਤੀਆਂ, ਇਹ ਸਾਰੇ ਆਚਰਣ ਵਿੱਚੋਂ ਇਹ ਚੀਜ਼ਾਂ ਨੂੰ ਮਾਈਨਸ ਕਰਦੇ ਰਹਿਣਾ। ਸੋ ਇਹਦੇ ਨਾਲ ਜੀਵਨ ਗੁੰਮਰਾਹ ਹੋ ਜਾਂਦਾ ਹੈ, ਔਰ ਇਹਨਾਂ ਟੇੜੀਆਂ ਆਦਤਾਂ ਨੂੰ ਪਛਾਣ ਕੇ ਅਲੱਗ ਕਰਨ ਦੀ ਸਦਬੁੱਧੀ ਪ੍ਰਾਪਤ ਹੋ ਜਾਂਦੀ ਹੈ। ਇਹ ਉਹਦੀ ਬਦੌਲਤ ਹੀ ਹੈ ਜਿਹੜਾ ਅਸੀਂ ਮਨ ਨੂੰ ਹੱਲਾਸ਼ੇਰੀ ਦਿੱਤੀ ਹੈ। ਸੋ ਇਸ ਬਦਲੇ ਹੋਏ ਮਾਹੌਲ ਵਿੱਚ ਹਿਰਦਾ ਸਹਿਜ, ਨਿੱਘ, ਕੋਮਲਤਾ ਅਤੇ ਨੇੜਤਾ ਜੈਸੇ ਜੋ ਗੁਰੂ ਹੁਕਮ ਹਨ, ਜੋ ਗੁਰੂ ਦੇ ਸੰਦੇਸ਼ ਹਨ, ਉਹਨਾਂ ਮੁਤਾਬਿਕ ਸੱਚ 'ਤੇ ਆਧਾਰਿਤ ਜੋ ਸੰਦੇਸ਼ ਸਾਨੂੰ ਇਹ ਮਿਲ ਰਹੇ ਨੇ, ਇਹਨਾਂ ਨਾਲ ਮੇਰਾ ਅੰਦਰ ਭਰਿਆ ਰਹਿੰਦਾ ਹੈ, ਨਿਸ਼ਚਾ ਵੱਧਦਾ ਹੈ, ਇਰਾਦਿਆਂ ਵਿੱਚ ਮਜ਼ਬੂਤੀ ਬਣਦੀ ਜਾਂਦੀ ਹੈ, ਔਰ ਐਸੀ ਸਜੀ ਸੰਵਰੀ ਮਨੋਸਥਿਤੀ ਜਿਹੜੀ ਹੈ ਉਹਨੂੰ ਬਰਕਰਾਰ ਰੱਖਣ ਦੀ ਸਮਰੱਥਾ ਉਹ ਵੀ ਬਣਾਈ ਰੱਖਣ ਲਈ ਮਨ ਹਮੇਸ਼ਾ ਇਹਨਾਂ ਵਡਮੁੱਲੇ ਜੀਵੰਤ ਸੰਦੇਸ਼ਾਂ ਪ੍ਰਤੀ ਸਮਰਪਣ ਦੀ ਅਵਸਥਾ ਵਿੱਚ ਰਹਿੰਦਾ ਹੈ। ਇਹ ਇਸ ਪੰਕਤੀ ਤੋਂ ਸਾਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਜੀ। ਅੰਤਲੀ ਪੰਕਤੀ, ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ। ਸਾਵਣ ਅਸੀਂ ਸਮਝ ਆਏ ਹਾਂ, ਵਰਖਾ ਦਾ ਮੌਸਮ ਹੈ ਵੈਸੇ ਤਾਂ, ਲੇਕਿਨ
ਆਪਣੇ ਪਰਥਾਏ ਜਦੋਂ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਨਾਮ ਵਿੱਚ ਭਿੱਜਿਆ ਮਨ। ਹੁਣ ਨਾਮ ਦਰਅਸਲ ਕੀ ਹੈ? ਨਾਮ ਹੈ ਨਿਸ਼ਚਲ ਬਿਰਤੀਆਂ। ਸੋ ਨਿਸ਼ਚਲ ਬਿਰਤੀਆਂ ਦੀ ਧਾਰਨੀ ਸੋਚ। ਤਿੰਨਾਂ ਉਹਨਾਂ ਲਈ, ਉਹਨਾਂ ਸਮਰਪਿਤ ਸੋਚ ਲਈ ਸੁਹਾਗਣੀ। ਸੁਹਾਗਣੀ ਇਸ ਲਫ਼ਜ਼ ਦਾ ਜੋ ਅਸੀਂ ਮੀਨਿੰਗ, ਜੋ ਭਾਵ ਅਰਥ ਸਮਝਾਂਗੇ, ਭਰਪੂਰ, ਰੰਗ ਵਿੱਚ, ਆਨੰਦਿਤ, ਓਤ-ਪ੍ਰੋਤ। ਜਿਨ੍ਹਾਂ ਨੇ, ਜਿਨ੍ਹਾਂ ਦੇ ਸੋਚ ਮੰਡਲ ਵਿੱਚ ਰਾਮ, ਇਹ ਲਫ਼ਜ਼ ਵੀ ਪ੍ਰਭ, ਹਰੀ, ਜਿਹੜੇ ਅਸੀਂ ਲਫ਼ਜ਼ ਪਰਮਾਤਮਾ ਜੋ ਪੜ੍ਹ ਕੇ ਆਉਂਦੇ ਹਾਂ, ਇਹ ਉਹਨਾਂ ਦਾ ਹੀ ਪ੍ਰਾਇਵਾਚੀ ਹੈਗਾ ਇੱਕ ਤਰ੍ਹਾਂ ਦਾ, ਕਿ ਰਮਿਆ ਹੋਇਆ, ਸਰਬ ਵਿਆਪਕ। ਠੀਕ ਹੈ ਜੀ। ਨਾਮ ਅਟਲ, ਇਕਸਾਰ, ਸੁਖੈਨ ਵਿਧਾਨ, ਜੋ ਕੌਨਸਟੀਟਿਊਸ਼ਨ ਨੇਚਰ ਦਾ ਹੈ। ਔਰ ਹਿਰਦੇ ਵਿੱਚ ਅੰਦਰ ਤੱਕ ਹਾਰ ਮੀਨਸ ਸਨਮਾਨਿਤ, ਮਾਣ ਸਤਿਕਾਰ ਪ੍ਰਾਪਤ ਕੀਤਾ। ਸੋ ਇਸ ਪੰਕਤੀ ਵਿੱਚ ਗੁਰੂ ਸਾਹਿਬ ਇੱਕ ਹੋਰ ਖੂਬਸੂਰਤ ਨਜ਼ਾਰਾ ਦਰਸਾ ਰਹੇ ਹਨ। ਨਜ਼ਾਰਾ ਕਿਹਦਾ ਵੇ? ਉਸ ਉਤਸ਼ਾਹਿਤ ਮਨ ਦਾ, ਉਸ ਮਨ ਦੀ ਅਵਸਥਾ ਦਾ, ਜਿਹਨੇ ਨਿਰਮਲ, ਨਿਸ਼ਚਲ, ਨਿਸਵਾਰਥ ਅਤੇ ਨਿਸ਼ਕਾਮ ਬਿਰਤੀਆਂ ਵਿੱਚ ਭਿੱਜ ਕੇ, ਰੰਗ ਕੇ ਜੀਵਨ ਮਾਰਗ ਨੂੰ ਉਲੀਕਣ ਦਾ ਨਿਸ਼ਚਾ ਕਰ ਲਿਆ ਹੈ, ਪ੍ਰਣ ਕਰ ਲਿਆ ਹੈ। ਇਹ ਕਿਉਂ ਕੀਤਾ ਹੈ? ਅਸੀਂ ਸਮਝ ਆਏ ਹਾਂ ਗੱਲ, ਕਿਉਂਕਿ ਉਹ ਦੂਰਗਾਮੀ ਹੈ, ਦੂਰ ਦ੍ਰਿਸ਼ਟੀ ਵਾਲਾ ਹੈ। ਉਹ ਦੇਖ ਰਿਹਾ ਕਿ ਇਹਨਾਂ ਦੇ ਨਤੀਜੇ ਬੜੇ ਖੂਬਸੂਰਤ ਨੇ, ਇਸ ਕਰਕੇ ਇਹ ਨਿਸ਼ਚਾ ਉਹਨੇ ਕਰ ਲਿਆ। ਸੋ ਇੱਕ ਸੁਹਾਗਣ ਦੀ ਅਵਸਥਾ ਨਾਲ ਹੁਣ ਇਹਦੀ ਤੁਲਨਾ ਕਰਕੇ ਗੁਰੂ ਸਾਹਿਬ ਜਦੋਂ ਵਿੱਚ ਲਫ਼ਜ਼ ਸੁਹਾਗਣੀ ਯੂਜ਼ ਕਰ ਰਹੇ ਨੇ, ਅਤੇ ਉਸ ਸੁਹਾਗਣ ਦੀ ਅਵਸਥਾ ਨਾਲ ਤੁਲਨਾ ਕਰਦੇ ਹੋਏ ਬੜੇ ਰਸਮਈ ਤਰੀਕੇ ਨਾਲ ਇਹ ਬਿਆਨ ਕਰ ਰਹੇ ਹਨ, ਇਹ ਉਪਦੇਸ਼ ਦੇ ਰਹੇ ਹਨ ਕਿ ਵਿਕਾਰਾਂ ਤੋਂ ਵਿਛੋੜਾ ਲੈ ਕੇ ਇੱਕ ਵਿਸ਼ਾਲ, ਸਰਵ ਵਿਆਪਕ ਅਤੇ ਰਮੇ ਹੋਏ ਆਨੰਦਮਈ ਜੋ ਚਲਨ ਹੈ ਪਰਮਾਤਮਾ ਦਾ, ਰਾਮ ਦਾ, ਉਸ ਨੂੰ ਹਿਰਦੇ ਵਿੱਚ ਟਿਕਾ ਲੈਣ ਲਈ ਵੱਡੀ ਪ੍ਰਸੰਨਤਾ ਦਾ ਅਨੁਭਵ ਹੁੰਦਾ ਹੈ। ਅੰਦਰ ਤੱਕ ਮਾਨ ਸਨਮਾਨ ਦਾ ਅਹਿਸਾਸ ਹੁੰਦਾ ਹੈ ਔਰ ਰੱਜ ਕੇ ਭਰਪੂਰਤਾ ਮਾਣਨ ਦਾ ਵੀ ਭਾਗ ਪ੍ਰਾਪਤ ਹੁੰਦਾ ਹੈ। ਇਹ ਸਾਰੇ ਜਿਹੜੇ ਅਸੀਂ ਲਫ਼ਜ਼ ਯੂਜ਼ ਕਰ ਰਹੇ ਹਾਂ ਨਾ, ਇਹ ਦਰਅਸਲ ਸਾਡੀ ਮਨ ਦੀ ਅਵਸਥਾ ਵਿੱਚ ਬਦਲਾਵ ਜਦੋਂ ਆਉਂਦਾ ਹੈ, ਜਿਹੜੀ ਸੋਚ ਅਸੀਂ ਰਾਮ ਦੇ ਨਾਲ ਰਮੀ ਹੋਈ, ਪਰਮਾਤਮਾ ਦੇ ਗੁਣਾਂ ਵਿੱਚ ਰੰਗੀ ਹੋਈ, ਜਦੋਂ ਉਹਦੀ ਵਰਤੋਂ ਕਰਦੇ ਹਾਂ ਆਪਣੇ ਕਾਰ ਵਿਹਾਰ ਵਿੱਚ, ਆਪਣੇ ਸੰਬੰਧੀਆਂ ਵਿੱਚ, ਆਪਣੇ ਸੋਸ਼ਲ ਸਰਕਲਸ ਵਿੱਚ, ਇਹ ਉਹਨਾਂ ਦੇ ਨਤੀਜੇ ਜਿਹੜੇ ਨੇ ਉਹਦੀ ਮਹਿਸੂਸ ਹੋਣਾ, ਇਹਨੂੰ ਸੁਹਾਗਣ ਨਾਲ ਤੁਲਨਾ ਕਰ ਰਹੇ ਨੇ। ਕਿਉਂਕਿ ਹੁਣ ਦੇਖੋ ਇਹਦੇ ਅਸੀਂ ਕਹੀਏ ਕਿ ਵੀ ਹਾਊ ਇਟ ਇਜ਼ ਸਿੰਬਲਾਈਜ਼ਡ, ਕਿ ਵੀ ਇਹਨੂੰ ਅਸੀਂ ਕਿਵੇਂ ਆਪਣੇ ਅੰਦਰ ਦੇ ਭਾਵਾਂ ਨਾਲ ਮੈਚ ਕਰ ਸਕਦੇ ਹਾਂ। ਹੁਣ ਇਸ ਬਦਲੀ ਹੋਈ ਸਥਿਤੀ ਵਿੱਚ ਅੱਖਾਂ ਵਿੱਚ ਸਨੇਹ, ਜ਼ੁਬਾਨ 'ਤੇ ਮਧੁਰਤਾ, ਹੱਥਾਂ ਵਿੱਚ ਨਿੱਘ ਅਤੇ ਵਤੀਰੇ ਵਿੱਚ ਨੇੜਤਾ ਦਾ ਧਾਰਨੀ। ਇਹ ਮਨ ਕਦੇ ਵੀ ਇਕੱਲੇਪਨ ਦੇ ਡਰ ਵਿੱਚ ਗਰਕ ਨਹੀਂ ਹੁੰਦਾ। ਅੱਜ ਕੱਲ੍ਹ ਇਹ ਬੜੀ ਪ੍ਰੋਬਲਮ ਹੈ ਨਾ, ਇਕੱਲੇ ਮਹਿਸੂਸ ਹੋ ਰਿਹਾ ਜੀ, ਬੋਰ ਹੋ ਰਹੇ ਹਾਂ ਜੀ, ਗੱਲ 'ਤੇ। ਉਹਦਾ ਕਾਰਨ ਹੀ ਇਹੀ ਹੈ ਕਿ ਅਸੀਂ ਇਹ ਵਾਲੇ ਗੁਣੀ ਜੋ ਸੋਚ ਹੈ, ਜੋ ਮਿਲਵਰਤਨ ਵਾਲੀ ਸੋਚ ਹੈ, ਉਹਦੇ ਤੋਂ ਅਸੀਂ ਸਖਣੇ ਹਾਂ।
ਇਸੀ ਕਰਕੇ ਇਕੱਲੇ ਹਾਂ। ਅਤੇ ਜੇ ਮੈਂ ਆਪਣਾ ਅਤੇ ਦੂਜੇ ਦਾ ਦਰਦ ਮਹਿਸੂਸ ਕਰ ਸਕਦਾ ਤਾਂ ਇਕੱਲੇ ਦਾ ਮਤਲਬ ਹੀ ਨਹੀਂ ਹੈ ਨਾ। ਸੋ ਇਸ ਗੁਣ ਦਾ ਧਾਰਨੀ ਮਨ ਜੋ ਹੈ ਉਹ ਇਕੱਲੇਪਨ ਦੇ ਡਰ ਤੋਂ ਕਦੀ ਵੀ ਬਰਬਾਦ ਨਹੀਂ ਹੁੰਦਾ, ਉਹਦੇ 'ਚ ਗ੍ਰਸਤ ਨਹੀਂ ਹੁੰਦਾ, ਗਰਕ ਨਹੀਂ ਹੁੰਦਾ। ਕਦੇ ਵੀ ਤਿੱਖੇ ਬਚਨਾਂ ਦੇ ਜ਼ਹਿਰ ਵਿੱਚ ਨਹੀਂ ਘੁਲਦਾ। ਤਿੱਖੇ ਬਚਨ ਅਸੀਂ ਸਮਝਦੇ ਹੀ ਹਾਂ। ਅਸੀਂ ਹੁਣ ਤਾਂ ਇੰਨੀ ਕਾਹਲ ਪੈ ਗਈ ਹੈ ਸਭ ਨੂੰ ਕਿ ਵੀ ਜ਼ਰਾ ਜਿਹੀ ਗੱਲ ਹੋਵੇ ਅਤੇ ਅਸੀਂ ਬਚਨਾਂ ਨਾਲ ਹੀ, ਆਪਣੇ ਬੋਲਾਂ ਨਾਲ ਹੀ ਦੂਜੇ ਨੂੰ ਡਿਗਾ ਦੇਣ ਦਾ ਪੂਰਾ ਪ੍ਰੋਗਰਾਮ ਬਣਾ ਲੈਂਦੇ ਹਾਂ, ਹੈ ਨਾ। ਸੋ ਇਹ ਵਾਲੇ ਜੋ ਬਚਨ ਨੇ ਤਿੱਖੇ, ਇਹਨਾਂ ਦੇ ਜ਼ਹਿਰ ਵਿੱਚ ਇਹ ਜ਼ਹਿਰ ਹੀ ਹੈ, ਨਹੀਂ ਘੁਲਦਾ। ਔਰ ਸਭ ਤੋਂ ਵੱਡੀ ਗੱਲ, ਕਦੇ ਵੀ ਹਾਰ ਕੇ ਨਹੀਂ ਬੈਠ ਜਾਂਦਾ। ਅਸੀਂ ਜ਼ਰਾ ਜਿਹਾ ਆਪਣਾ ਕੋਈ ਫੇਲਿਅਰ ਅਗਰ ਫੇਸ ਕਰਦੇ ਹਾਂ ਅਤੇ ਇਮੀਡੀਏਟਲੀ ਸਾਨੂੰ ਲੱਗਦਾ ਕਿ ਅਸੀਂ ਹਾਰ ਗਏ, ਜਾਂ ਕਿਸੇ ਦੀ ਗੱਲ ਦਾ ਜਵਾਬ ਨਹੀਂ ਦੇ ਪਾਏ ਤਾਂ ਵੀ ਸਾਨੂੰ ਹਾਰ ਮਹਿਸੂਸ ਹੁੰਦੀ ਹੈ। ਹੋਰ ਬੜੇ ਕਾਰਨ ਹੁੰਦੇ ਨੇ ਉਹ ਜਿਹੇ। ਸੈਂਸ ਆਫ ਕੰਪੀਟੀਸ਼ਨ ਹਮੇਸ਼ਾ ਬਣਾਈ ਰੱਖਣਾ, ਉਹਦੇ ਵਿੱਚ ਵੀ ਹਮੇਸ਼ਾ ਹਾਰ ਅਸੀਂ ਬਰਦਾਸ਼ਤ ਨਹੀਂ ਕਰ ਪਾਉਂਦੇ ਹਾਂ। ਸੋ ਇਹ ਸਾਰੇ ਬਰੀਕ ਨੁਕਤੇ ਸਮਝ ਲੈਣਾ, ਸਮਝ ਪਾਉਣਾ, ਅਤੇ ਫਿਰ ਹਾਰ ਕੇ ਬੈਠਾਂਗੇ ਨਹੀਂ। ਔਰ ਉਸ ਤੋਂ ਵੀ ਅੱਗੇ ਕੋਈ ਲੁਕਾ ਛੁਪਾ ਕੇ ਕਿਸੇ ਦੇ ਖਿਲਾਫ ਵਿਉਂਤਾਂ ਰਚਦੇ ਰਹਿਣਾ ਕਿ ਸਮਾਜ ਵਿੱਚ ਫਲਾਣੇ ਦੀ ਹੇਠੀ ਹੋ ਜਾਏ ਔਰ ਮੇਰੀ ਸ਼ਲਾਘਾ ਹੋ ਜਾਏ ਜਾਂ ਬਣੀ ਰਵੇ, ਇਹਦੇ ਵਾਸਤੇ ਕਈ ਤਰ੍ਹਾਂ ਦੀ ਵਿਉਂਤਾਂ, ਕਈ ਵਾਰੀ ਆਪਣੇ ਆਪ ਨੂੰ ਵਿਚਾਰਾ ਪੇਸ਼ ਕਰਕੇ, ਕਈ ਵਾਰੀ ਆਪਣੇ ਆਪ ਨੂੰ ਫਸਿਆ ਹੋਇਆ ਦਿਖਾ ਕੇ ਅਤੇ ਦੂਜੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਾ, ਇਹੋ ਜਿਹੀ ਵਿਉਂਤਾਂ ਤੋਂ ਵੀ ਆਪਣੇ ਆਪ ਨੂੰ ਪਾਸੇ ਰੱਖਦਾ ਹੈ, ਨਹੀਂ ਪੈਂਦਾ। ਸੋ ਇਸ ਤਰ੍ਹਾਂ ਦੀ ਜੋ ਇੱਜ਼ਤਦਾਰ ਜੀਵਨ ਜਾਚ ਹੈ, ਗੁਰੂ ਸਾਹਿਬ ਇਹਨੂੰ ਅਪਣਾਉਣ ਲਈ ਇਸ ਸਾਵਨ ਦੇ ਛੰਤ ਵਿੱਚ ਸਾਡੇ ਨਾਲ ਸਾਂਝ ਕਰ ਰਹੇ ਨੇ। ਅਤੇ ਮੈਨੂੰ ਲੱਗਦਾ ਹੈ ਕਿ ਬਈ ਜੋ ਵੀ ਆਪ ਜੀ ਨਾਲ ਸਾਂਝ ਕੀਤੀ ਹੈ, ਇਹਦੇ 'ਚ ਬਹੁਤ ਸਾਰੀ ਕਮੀਆਂ ਵੀ ਹੋਣਗੀਆਂ ਹਾਲੀ। ਆਪ ਜੀ ਵੀ ਸਾਰੇ ਬਹੁਤ ਸਿਆਣੇ ਬਿਆਣੇ ਹੋ, ਅਤੇ ਹੋ ਸਕਦਾ ਆਪ ਕੁਛ ਹੋਰ ਨੇਕ ਸਲਾਹਾਂ, ਆਪਣੀ ਨੇਕ ਕੋਈ ਇਹਦੇ 'ਚ ਫੀਡਬੈਕ ਜਿਹੜੀ ਹੈ ਉਹ ਮੈਨੂੰ ਭੇਜੋਗੇ, ਅਤੇ ਅੱਗੇ ਵਾਸਤੇ ਮੈਂ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗਾ। ਥੈਂਕ ਯੂ ਵੈਰੀ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।